ਪਜ਼ਲਸ ਦਾ ਅਗਲਾ ਲੈਕਚਰ। ਠੀਕ ਹੈ, ਸਾਨੂੰ ਪਤਾ ਹੈ ਕਿ ਆਪਾਂ ਇਹ ਪਤਾ ਇਸ ਚੀਜ਼ ਦਾ ਆਪਾਂ ਨੂੰ ਕਿ ਅਸੀਂ RS ਅਗਰਵਾਲ ਤੋਂ ਪਜ਼ਲਸ ਨੂੰ ਬਾਈਲਿੰਗੁਅਲ 'ਚ ਸ਼ੁਰੂ ਕੀਤਾ ਸੀਗਾ। ਸੋ ਇਹ ਐਕਸਰਸਾਈਜ਼ 1 ਦੇ ਹੀ ਕੁਐਸਚਨਸ ਨੇ, ਜਿਨ੍ਹਾਂ 'ਚੋਂ ਤਕਰੀਬਨ 90% ਦੇ ਰਾਊਂਡ ਕੁਐਸਚਨਸ ਜਿਹੜੇ ਆ ਉਹ ਆਪਾਂ ਕਲਾਸ 'ਚ ਹੀ ਡਿਸਕਸ ਕਰ ਰਹੇ ਹਾਂ। ਇਹ ਸਵਾਲ ਅੱਗੇ ਆ ਗਿਆ ਜੀ, ਕਹਿੰਦੇ ਜੀ 8 ਬੰਦੇ ਆ A B C D E F G ਅਤੇ H, ਉਹ 3 ਵੱਖੋ ਵੱਖ ਕੰਪਨੀਆਂ 'ਚ ਕੰਮ ਕਰਦੇ ਆ XYZ। ਠੀਕ ਹੈ ਜੀ, 8 ਵਿਅਕਤੀ ਆ A B C D E F G H, ਉਹ 3 ਵੱਖ-ਵੱਖ ਕੰਪਨੀਆਂ 'ਚ ਕੰਮ ਕਰਦੇ ਆ। ਕਹਿੰਦੇ ਆ ਇਹਨਾਂ 'ਚ 2 ਲੇਡੀਜ਼ ਨੇ ਜਿਹੜੀਆਂ ਵੱਖੋ-ਵੱਖ ਕੰਪਨੀਜ਼ ਤੇ ਵੱਖੋ-ਵੱਖ ਸਪੈਸ਼ਲਾਈਜੇਸ਼ਨ ਆ। ਸਪੈਸ਼ਲਾਈਜੇਸ਼ਨ ਦਾ ਮਤਲਬ ਕਿ ਉਹਨਾਂ ਦੀ ਕਾਰੀਗਰੀ ਜਾਂ ਉਹ ਵਿਸ਼ੇਸ਼ਤਾ ਜਿਹੜੀ ਆ ਵੱਖਰੀ ਆ, ਮੀਨਸ ਕਿ ਵੱਖਰੇ ਪ੍ਰੋਫੈਸ਼ਨ 'ਚ ਨੇ। ਹੁਣ ਉਹਨਾਂ 'ਚੋਂ ਜਿਹੜੇ ਵੀ ਉਹ ਸਾਰੇ ਹੈਗੇ ਆ, ਇਹਨਾਂ 'ਚੋਂ ਕਹਿੰਦੇ 2 ਤਾਂ ਫਾਈਨਾਂਸ ਦੇ ਮਾਹਰ ਨੇ, 2 ਨੇ ਜਿਹੜੇ ਉਹ HR ਨੇ। HR ਮਤਲਬ ਹਿਊਮਨ ਰਿਸੋਰਸਿਸ ਵਾਲੇ, ਇਹ ਮੈਨੇਜਮੈਂਟ ਵਾਲੇ ਹੁੰਦੇ ਆ। 2 ਮਾਰਕੀਟਿੰਗ ਵਾਲੇ ਆ, 1 ਇੰਜੀਨੀਅਰ ਆ ਤੇ 1 ਕੰਪਿਊਟਰ ਐਕਸਪਰਟ ਆ। ਅੱਗੇ ਉਹਨਾਂ ਨੇ ਜਾਣਕਾਰੀ ਦੇਣੀ ਸ਼ੁਰੂ ਕਰਤੀ ਕਿ D ਆ ਇਹ ਜਾਂ ਆ ਕੁਛ ਆ। ਸੋ ਆਹ ਸਵਾਲ ਆਪਣੇ ਕੋਲ, ਇਹਨੂੰ ਆਪਾਂ ਪੂਰਾ ਲਿਖਦੇ ਹਾਂ। ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ 8 ਜਾਣੇ, ਅਸੀਂ 8 ਜਾਣਿਆਂ ਬਾਰੇ ਜਾਣਕਾਰੀ 'ਚ ਜੋ ਵੀ ਕੁਝ ਲਿਖਣਾ ਚਾਹੁੰਦੇ ਆ, ਠੀਕ ਆ, ਅਸੀਂ ਮੰਨ ਕੇ ਚੱਲੇ ਆ ਕਿ ਆਹ 8 ਜਾਣਿਆਂ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਸਾਡੇ ਕੋਲ ਲਿਖੀ ਜਾਊਗੀ। ਆ ਲਓ ਜੀ, 8 ਜਾਣੇ ਆ, ਅਸੀਂ 8 ਨੂੰ ਪੂਰਾ ਕਰ ਲਿਆ ਇਹਦੇ 'ਚ A B C D E F G ਤੇ H। ਠੀਕ ਹੈ, ਇਹ 8 ਜਾਣਿਆਂ ਬਾਰੇ ਅਸੀਂ ਜਾਣਕਾਰੀ ਜਿਹੜੀ ਆ ਉਹਦੇ 'ਚ ਜੋ ਵੀ ਕੁਝ ਲਿਖ ਸਕਦੇ ਹੋਵਾਂਗੇ ਉਹ ਇਹਨਾਂ ਬਾਕਸਿਸ ਦੇ ਵਿੱਚ ਹੀ ਸੈੱਟ ਕਰਾਂਗੇ ਆਪਾਂ। ਠੀਕ ਹੈ, ਹੁਣ ਆ ਜਾਓ। ਸਭ ਤੋਂ ਪਹਿਲਾਂ ਕਿਹਾ 2 ਫਾਈਨਾਂਸ ਦੇ ਨੇ, 2 HR ਦੇ ਨੇ। ਪਹਿਲਾਂ ਮੈਂ ਉੱਪਰ ਜਾਣਕਾਰੀ ਲਿਖਦਾ ਕਿ ਇਹਨਾਂ 'ਚੋਂ 2 ਬੰਦੇ ਫਾਈਨਾਂਸ ਦੇ ਆ ਤੇ 2 ਬੰਦੇ ਹੀ ਇਹਨਾਂ 'ਚੋਂ HR ਦੇ ਆ, 2 ਬੰਦੇ ਹੀ ਇਹਨਾਂ 'ਚੋਂ ਮਾਰਕੀਟ ਦੇ ਆ, MAR ਮਤਲਬ ਮਾਰਕੀਟ। 2 ਬੰਦੇ ਹੀ ਇਹਨਾਂ 'ਚੋਂ ਮਾਰਕੀਟ ਦੇ ਆ, 1 ਇੰਜੀਨੀਅਰ ਆ, 1 ਇੰਜੀਨੀਅਰ ਆ ਤੇ 1 ਕੰਪਿਊਟਰ ਵਾਲਾ ਹੈ। 1 ਇੰਜੀਨੀਅਰ ਆ ਤੇ 1 ਕੀ ਆਪਣੇ ਕੋਲ ਕੰਪਿਊਟਰ ਵਾਲਾ ਹੈ। ਸੋ ਇਹ ਆਪਣੇ ਕੋਲ ਐਕਸਪਰਟਸ ਦੀ ਜੋ ਪਹਿਚਾਣ ਆ ਉਹ ਆਏ। ਠੀਕ ਹੈ, ਹੁਣ ਆ ਜਾਓ। ਦੂਜੀ ਜਾਣਕਾਰੀ ਇਹਨਾਂ ਨੇ ਇੱਕ ਹੋਰ ਦਿੱਤੀ ਹੈ ਕਿ 2 ਲੇਡੀਜ਼ ਨੇ, 2 ਜਿਹੜੀਆਂ ਵੱਖੋ-ਵੱਖ ਕੰਪਨੀਆਂ 'ਚ ਨੇ। ਇਹਨਾਂ 'ਚੋਂ 2 ਲੇਡੀਜ਼ ਨੇ ਜਿਨ੍ਹਾਂ ਦੀਆਂ ਕੰਪਨੀਆਂ ਵੀ ਵੱਖੋ-ਵੱਖ ਨੇ XYZ 'ਚੋਂ। ਜੇ ਇੱਕ X 'ਚ ਆ ਤੇ ਦੂਜੀ Y 'ਚ ਆ, ਜੇ ਇੱਕ Y 'ਚ ਆ ਤੇ ਦੂਜੀ Z 'ਚ ਆ, ਤੇ ਇੱਕ ਇਹਨਾਂ ਦੇ ਪ੍ਰੋਫੈਸ਼ਨ ਵੀ ਅੱਡ-ਅੱਡ ਨੇ। ਜਿਹੜੀਆਂ 2 ਲੇਡੀਜ਼ ਨੇ, ਜੇ ਇੱਕ HR ਆ ਤੇ ਦੂਜੀ ਮੈਨੇਜਮੈਂਟ 'ਚ ਹੋਊਗੀ, ਫਿਰ ਉਹ HR ਦੇ ਨਾਲ ਦੂਜੀ HR ਨਹੀਂ ਹੋ ਸਕਦੀ, ਇਹ ਵੀ ਕੰਡੀਸ਼ਨ ਲਾਤੀ। ਹੁਣ ਆ ਜਾਓ ਅੱਗੇ। D is HR working in company X। D ਜਿਹੜਾ ਏ ਉਹ HR ਆ ਤੇ ਕੰਪਨੀ X 'ਚ ਕੰਮ ਕਰਦਾ ਹੈ। D HR ਆ ਤੇ ਕੰਪਨੀ X 'ਚ ਕੰਮ ਕਰਦਾ ਜਾਂ ਕਰਦੀ ਆ। while her friend ਅਤੇ ਉਸ ਦੀ ਮਿੱਤਰ, ਐਂਡ ਹਰ ਫਰੈਂਡ ਦਾ ਮਤਲਬ ਆ ਅਤੇ ਉਸ ਦੀ ਦੋਸਤ, ਉਸ ਦਾ ਨਹੀਂ, ਉਸ ਦੀ ਦੋਸਤ ਜੀ ਇੱਕ ਵਿੱਤ ਮਾਹਰ ਹੈ। ਉਸ ਦੀ ਦੋਸਤ ਮਤਲਬ ਕਿ ਇਹ ਜਿਹੜਾ D ਆ, D ਬਾਰੇ ਕਨਫਰਮ ਹੋ ਗਿਆ ਕਿ D ਇੱਕ ਫੀਮੇਲ ਆ। ਹਰ ਫਰੈਂਡ ਦਾ ਮਤਲਬ ਆ ਉਸ ਦੀ ਦੋਸਤ। ਠੀਕ ਆ, D ਇੱਕ ਫੀਮੇਲ ਆ। ਇੱਥੋਂ D ਬਾਰੇ ਪਤਾ ਲੱਗਿਆ ਉਸ ਦੀ ਦੋਸਤ ਹਰ ਫਰੈਂਡ G, ਐਂਡ ਹਰ ਫਰੈਂਡ G ਇੱਕ ਫਾਈਨਾਂਸ ਵਾਲਾ ਹੈ ਤੇ Z ਕੰਪਨੀ 'ਚ ਕੰਮ ਕਰਦਾ ਹੈ। G ਫਾਈਨਾਂਸ ਤੇ ਕੰਪਨੀ ਕਿਹੜੀ ਹੈ ਜੀ? Z। ਹਰ ਤੋਂ ਇਹ ਪਤਾ ਲੱਗ ਗਿਆ ਕਿ ਜਿਹੜਾ ਪਿਛਲਾ ਸੀ D, ਉਹਦੇ ਬਾਰੇ ਪਤਾ ਲੱਗ ਗਿਆ ਕਿ ਉਹ ਫੀਮੇਲ ਆ ਕਿ ਮੇਲ ਆ। G ਬਾਰੇ ਕੁਝ ਨਹੀਂ ਪਤਾ। ਹੁਣ ਅੱਗੇ ਆ ਜਾਓ। ਨੈਕਸਟ ਅੱਗੇ ਆਪਣੇ ਕੋਲ ਆ ਗਿਆ H is HR works with marketing specialist B। ਜਿਹੜਾ H ਆ ਉਹ HR ਆ। H ਕਿਹੜੇ ਐਕਸਪਰਟ ਆ? H is HR ਹਿਊਮਨ ਰਿਸੋਰਸ ਦਾ ਐਕਸਪਰਟ ਆ। H is HR ਤੇ ਜਿਹੜਾ ਕੰਮ ਕਰਦਾ ਕਿਹਦੇ ਨਾਲ? ਮਾਰਕੀਟ ਸਪੈਸ਼ਲਿਸਟ B ਨਾਲ। B is market, B ਮਾਰਕੀਟਿੰਗ ਦਾ ਕੰਮ ਕਰਦਾ ਹੈ, ਬਟ ਡਜ਼ ਨਾਟ ਵਰਕ ਇਨ Y। ਆਹ ਤਾਂ ਕਨਫਰਮ ਹੋ ਗਿਆ ਕਿ H plus B। ਇਹ ਮੈਂ ਇੱਥੇ ਲਿਖ ਲਾਂ, H plus B ਵਾਸਤੇ 2 ਹੀ ਕੰਪਨੀਆਂ ਖੁੱਲੀਆਂ ਨੇ, ਜਾਂ X ਤੇ ਜਾਂ Z। ਯਾਦ ਰੱਖਿਓ, H plus B ਇਕੱਠੇ ਕੰਮ ਕਰਦੇ ਆ, ਜਾਂ X ਜਾਂ Z 'ਚ। ਤੁਸੀਂ ਕਹੋਗੇ ਕਿਵੇਂ? ਉਹ ਭਾਈ Y 'ਚ ਨਹੀਂ ਕੰਮ ਕਰਦੇ, ਫਿਰ ਕਿੱਥੇ ਕੰਮ ਕਰਨਗੇ ਭਲਾ? ਜਾਂ X 'ਚ ਤੇ ਜਾਂ ਕਿਹਦੇ 'ਚ? Z 'ਚ। ਕਹਾਣੀ ਖਤਮ। ਇੱਥੋਂ ਤੱਕ ਵੀ ਆਪਾਂ ਨੂੰ ਕਹਾਣੀ ਕਲੀਅਰ ਹੋ ਗਈ। ਹੁਣ ਅੱਗੇ ਆ ਜਾਓ। ਨੈਕਸਟ, 2 persons with same specialization does not work together। ਜਿਨ੍ਹਾਂ ਦੀ ਸਪੈਸ਼ਲਾਈਜੇਸ਼ਨ ਸੇਮ ਆ ਉਹ ਇੱਕੋ ਜਗ੍ਹਾ ਤੇ ਕੰਮ ਨਹੀਂ ਕਰਦੇ। ਜਿਨ੍ਹਾਂ ਦੀ ਸਪੈਸ਼ਲਾਈਜੇਸ਼ਨ ਸੇਮ ਆ ਉਹ ਇੱਕੋ ਜਗ੍ਹਾ ਤੇ ਕੰਮ ਨਹੀਂ ਕਰਦੇ। ਹੁਣ ਤੁਸੀਂ ਇੱਕ ਗੱਲ ਦੇਖੋ, ਸਾਨੂੰ ਇਹ ਚੀਜ਼ ਚੰਗੀ ਤਰ੍ਹਾਂ ਪਤਾ ਲੱਗ ਗਈ ਕਿ D ਦੀ ਤੇ H ਦੀ ਸਪੈਸ਼ਲਾਈਜੇਸ਼ਨ ਸੇਮ ਆ। D ਦੀ ਤੇ H ਦੀ ਸਪੈਸ਼ਲਾਈਜੇਸ਼ਨ ਸੇਮ ਆ, ਮਤਲਬ ਕੀ ਆ ਭਲਾ?
ਨਹੀਂ ਮਤਲਬ ਆਪਾਂ ਨੂੰ ਪਤਾ ਲੱਗ ਗਿਆ ਕਿ ਡੀ ਦੀ ਤੇ ਐਚ ਦੀ ਸਪੈਸ਼ਲਾਈਜੇਸ਼ਨ ਐਚ ਆਰ ਆ। ਜੇ ਦੋਵਾਂ ਦੀ ਸਪੈਸ਼ਲਾਈਜੇਸ਼ਨ ਐਚ ਆਰ ਆ, ਇਹਦਾ ਮਤਲਬ ਜਿਹੜੀ ਕੰਪਨੀ 'ਚ ਡੀ ਕੰਮ ਕਰਦਾ ਏ ਉਹਦੇ 'ਚ ਐਚ ਕੰਮ ਨਹੀਂ ਕਰੂਗਾ, ਕਨਫਰਮ ਆ। ਇਹਦਾ ਮਤਲਬ ਐਚ ਐਕਸ 'ਚ ਕੰਮ ਨਹੀਂ ਕਰ ਸਕਦਾ। ਇਹ ਗੱਲ ਕਲੀਅਰ ਆ। ਆ ਜਾਓ ਉੱਪਰ। ਹੁਣ ਆਪਾਂ ਨੂੰ ਪਤਾ ਸੀ ਕਿ ਐਚ ਕੰਮ ਕਰਦਾ ਹੈ ਜਾਂ ਐਕਸ 'ਚ ਤੇ ਜਾਂ ਜ਼ੈਡ 'ਚ। ਐਕਸ ਦੇ ਉੱਪਰ ਵੀ ਇੱਕ ਕ੍ਰਾਸ ਮਾਰ ਦਿੱਤਾ ਗਿਆ ਕਿ ਇਹ ਐਕਸ 'ਚ ਵੀ ਕੰਮ ਨਹੀਂ ਕਰਦਾ। ਇਹਦਾ ਮਤਲਬ ਐਚ ਕਿਹਦੇ 'ਚ ਕੰਮ ਕਰਦਾ ਨਿਕਲ ਆਇਆ? ਜ਼ੈਡ 'ਚ। ਵਾਈ 'ਚੋਂ ਵੈਸੇ ਨਹੀਂ ਸੀ ਕਰਦਾ, ਐਚ ਤੇ ਐਕਸ 'ਚ ਕੰਮ ਕਰਨ ਤੇ ਇੱਕ ਕੰਡੀਸ਼ਨ ਲੱਗ ਗਈ। ਇਹਦਾ ਮਤਲਬ ਐਚ ਕੰਮ ਕਰਦਾ ਹੈ ਜ਼ੈਡ 'ਚ, ਐਚ ਕੰਮ ਕਰਦਾ ਹੈ ਜ਼ੈਡ 'ਚ। ਭਈ ਜੇ ਐਚ ਜ਼ੈਡ 'ਚ ਕੰਮ ਕਰਦਾ ਹੈ ਤਾਂ ਬੀ ਕਿਹਦੇ 'ਚ ਕੰਮ ਕਰੂਗਾ? ਜ਼ੈਡ 'ਚ, ਕਿਉਂਕਿ ਐਚ ਤੇ ਬੀ ਇਕੱਠੇ ਕੰਮ ਕਰਦੇ ਆ। ਲਓ ਜੀ, ਇੱਥੋਂ ਸਾਨੂੰ ਇਹ ਵੀ ਕਹਾਣੀ ਕਲੀਅਰ ਹੋ ਗਈ। ਠੀਕ ਆ ਕਿ ਨੈਕਸਟ ਉਸ ਤੋਂ ਬਾਅਦ ਅੱਗੇ ਮਾਰਕੀਟਿੰਗ ਸਪੈਸ਼ਲਿਸਟ ਐਫ ਵਰਕਸ ਇਨ ਕੰਪਨੀ ਵਾਈ। ਬਸ ਮਾਰਕੀਟਿੰਗ ਸਪੈਸ਼ਲਿਸਟ ਐਫ ਮਾਰਕੀਟਿੰਗ ਸਪੈਸ਼ਲਿਸਟ ਤੇ ਕਿਹੜੀ ਕੰਪਨੀ 'ਚ ਵਾਈ ਕੰਮ ਕਰ ਰਿਹਾ ਹੈ? ਵਾਈ 'ਚ। ਠੀਕ ਆ। ਮਾਰਕੀਟਿੰਗ ਸਪੈਸ਼ਲਿਸਟ ਐਫ ਵਰਕਸ ਇਨ ਕੰਪਨੀ ਵਾਈ ਐਂਡ ਹਿਜ਼ ਫਰੈਂਡ ਏ, ਅਤੇ ਉਸ ਦਾ ਮਿੱਤਰ ਏ। ਹਿਜ਼ ਫਰੈਂਡ ਦਾ ਮਤਲਬ ਆ ਇਸ ਦਾ ਮਿੱਤਰ ਏ। ਮਤਲਬ ਐਫ ਬਾਰੇ ਪਤਾ ਲੱਗ ਗਿਆ ਕਿ ਜਿਹਦੇ ਐਫ ਬਾਰੇ ਜਾਣਕਾਰੀ ਆਪਾਂ ਨੂੰ ਦਿੱਤੀ ਆ ਐਫ ਬਾਰੇ ਕਿ ਇਸ ਦਾ ਮਿੱਤਰ ਏ ਐਮ ਆ। ਐਮ ਦਾ ਮਤਲਬ ਮੇਲ। ਮੇਰੀ ਗੱਲ ਸਮਝ ਗਏ? ਉਸ ਦਾ ਮਿੱਤਰ ਕੌਣ ਵਾਲਾ? ਉਸ ਦਾ ਮਿੱਤਰ, ਅਤੇ ਉਸ ਦਾ ਮਿੱਤਰ ਏ ਹੂ ਇਜ਼ फाइनांस स्पैशलिस्ट, मतलब कि वो फाइनांस इस फाइनांस वाला है या फाइनांस वाली है, तो कंपनी किहदे च काम करती है? एक्स च। ए फाइनांस ते कंपनी किहदे च काम करती है? एक्स च। ठीक है। गौर करो लाइन किड्डी खतरनाक आ। कहंदा ए जिहड़ा कि फाइनांस दा काम करदा जां करदी है ਉਹ ਐਕਸ ਕੰਪਨੀ 'ਚ ਕੰਮ ਕਰਦੀ ਆ ਵਿਦ ਓਨਲੀ ਵਨ ਅਦਰ ਸਪੈਸ਼ਲਿਸਟ। ਉਹਦੇ ਨਾਲ ਸਿਰਫ ਇੱਕ ਹੀ ਜਾਣਾ ਹੋਰ ਕੰਮ ਕਰਦਾ ਹੈ। ਉਹਦੇ ਨਾਲ ਵਿਦ ਵਨ ਸਪੈਸ਼ਲਿਸਟ ਦਾ ਮਤਲਬ ਵਨ ਦੇ ਅੱਗੇ ਓਨਲੀ ਪਾਉਣ ਦਾ ਮਤਲਬ ਆ ਕਿ ਐਕਸ ਕੰਪਨੀ ਵਿੱਚ ਉਸ ਏ ਦੇ ਨਾਲ ਸਿਰਫ ਇੱਕ ਹੀ ਜਾਣਾ ਕੰਮ ਕਰਦਾ ਹੋਰ। ਭਈ ਜਦੋਂ ਇੱਥੋਂ ਸਾਨੂੰ ਪਤਾ ਲੱਗ ਗਈ ਨਾ ਕਹਾਣੀ ਕਿ ਬਈ ਏ ਦੇ ਨਾਲ ਸਿਰਫ ਇੱਕੋ ਹੀ ਜਾਣਾ ਕੰਮ ਕਰਦਾ ਹੈ ਹੋਰ, ਏ ਦੇ ਨਾਲ ਸਿਰਫ ਇੱਕੋ ਹੀ ਜਾਣਾ ਕੰਮ ਕਰਦਾ ਹੈ ਹੋਰ, ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਏ ਐਕਸ ਕੰਪਨੀ ਦਾ ਕੋਟਾ ਤੇ ਪੂਰਾ ਹੋ ਗਿਆ। ਕਹਿੰਦੇ ਜੀ ਏ ਕੰਪਨੀ ਦੇ ਵਿੱਚ ਇੱਕ ਫਾਈਨਾਂਸ ਵਾਲਾ ਏ ਬੰਦਾ ਫਾਈਨਾਂਸ ਵਾਲਾ ਜਾਂ ਆਲੀ ਆ ਜਿਹੜਾ ਕਿ ਐਕਸ ਕੰਪਨੀ 'ਚ ਕੰਮ ਕਰਦਾ ਹੈ, ਉਹਦੇ ਨਾਲ ਸਿਰਫ ਇੱਕ ਹੋਰ ਹੀ ਮੁਲਾਜ਼ਮ ਕੰਮ ਕਰਦਾ ਹੈ। ਤੇ ਭਾਈ ਉਹ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਐਕਸ ਕੰਪਨੀ 'ਚ ਇੱਕ ਪਹਿਲਾਂ ਹੋਰ ਮੁਲਾਜ਼ਮ ਕੰਮ ਕਰਦਾ। ਇਹਦਾ ਮਤਲਬ ਐਕਸ ਕੰਪਨੀ ਦਾ ਕੋਟਾ ਹੋ ਗਿਆ ਪੂਰਾ। ਐਕਸ ਕੰਪਨੀ ਦਾ ਕੋਟਾ ਪੂਰਾ ਹੋ ਗਿਆ। ਜੇਕਰ ਐਕਸ ਕੰਪਨੀ ਦਾ ਕੋਟਾ ਪੂਰਾ ਹੋ ਗਿਆ ਤੇ ਦੂਜੀਆਂ ਕੰਪਨੀਆਂ 'ਚੋਂ ਬਚੀਆਂ ਕਿਹੜੀਆਂ? ਇੱਕ ਵਾਈ ਬਚੀ ਤੇ ਇੱਕ ਕਿਹੜੀ ਕੰਪਨੀ ਬਚੀ? ਜ਼ੈਡ। ਹੁਣ ਆਪਾਂ ਨੂੰ ਇੱਥੋਂ ਇੱਕ ਚੀਜ਼ ਸਮਝ ਆ ਜਾਂਦੀ ਆ। ਆਹ ਦੇਖੋ ਕਿ ਇਸ ਤੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਕ ਕੰਪਨੀ ਆਪਣੇ ਕੋਲ ਵਾਈ ਬਚੀ, ਇੱਕ ਕੰਪਨੀ ਆਪਣੇ ਕੋਲ ਜ਼ੈਡ ਬਚੀ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਨੇ ਕਿਹਾ ਕਿ ਦੋ ਲੇਡੀਜ਼ ਨੇ, there are two ladies who work in different companies and their specializations are different। ਦੋ ਕੰਪਨੀਆਂ ਨੇ ਜਿਨ੍ਹਾਂ ਦੀਆਂ ਕੰਪਨੀਆਂ ਵੀ ਡਿਫਰੈਂਟ ਨੇ ਤੇ ਉਹਨਾਂ ਦੀ ਸਪੈਸ਼ਲਾਈਜੇਸ਼ਨ ਵੀ ਕੀ ਆ? ਅੱਡ ਆ। ਦੋ ਲੇਡੀਜ਼ ਨੇ, ਦੋਵਾਂ ਦੀ ਕੰਪਨੀ ਵੀ ਅੱਡ ਆ ਤੇ ਸਪੈਸ਼ਲਾਈਜੇਸ਼ਨ ਵੀ ਅੱਡ ਆ। ਠੀਕ ਆ। ਹੁਣ ਇੱਥੋਂ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਕਿ ਉਹਨਾਂ ਨੇ ਆਪਾਂ ਨੂੰ ਕਹਿਤਾ ਇਨ ਨੋ ਕੰਪਨੀ ਮੋਰ ਦੈਨ 3 ਪਰਸਨਸ ਵਰਕ। ਕਿਸੇ ਕੰਪਨੀ 'ਚ 3 ਤੋਂ ਵੱਧ ਮੁਲਾਜ਼ਮ ਕੰਮ ਨਹੀਂ ਕਰਦੇ। ਕਿਸੇ ਕੰਪਨੀ 'ਚ 3 ਤੋਂ ਵੱਧ ਮੁਲਾਜ਼ਮ ਕੰਮ ਨਹੀਂ ਕਰ ਰਹੇ। ਆਹ ਲਓ ਜੀ, ਜ਼ੈਡ 'ਚ 3 ਪੂਰੇ ਹੋ ਗਏ, ਐਕਸ ਦਾ ਹੋ ਗਿਆ ਕੋਟਾ ਪੂਰਾ। ਇਹਦਾ ਮਤਲਬ ਜਿਹੜੀਆਂ ਦੋ ਕੰਪਨੀਆਂ ਬਚੀਆਂ ਇਹ ਕਿਹੜੀਆਂ ਬਚ ਗਈਆਂ ਆਪਣੇ ਕੋਲ? ਵਾਈ ਬਚ ਗਈਆਂ। ਇੱਥੋਂ ਇਹ ਵੀ ਗੱਲ ਕਲੀਅਰ ਹੋ ਗਈ। ਅੱਗੇ ਆਪਾਂ ਨੂੰ ਪਤਾ ਲੱਗ ਗਿਆ ਵੇ ਉਹਨਾਂ ਨੇ ਕਿਹਾ ਏ ਬਾਰੇ ਪਤਾ ਲੱਗ ਗਿਆ ਐਂਡ ਹਿਜ਼ ਫਰੈਂਡ ਏ। ਇੱਥੋਂ ਪਤਾ ਲੱਗ ਗਿਆ ਇਨ ਨੋ ਕੰਪਨੀ ਮੋਰ ਦੈਨ 3 ਪਰਸਨਸ। ਸੀ ਇਜ਼ ਇੰਜੀਨੀਅਰ and his sister works in company Z। C ਇੱਕ ਇੰਜੀਨੀਅਰ ਆ, C ਇੱਕ ਇੰਜੀਨੀਅਰ ਆ, ਹਿਜ਼ ਤੇ ਉਸਦੀ ਭੈਣ, ਇਹਦਾ ਮਤਲਬ ਇਹ ਖੁਦ ਕੀ ਆ? ਮੇਲ। ਉਸਦੀ ਭੈਣ Z ਕੰਪਨੀ 'ਚ ਕੰਮ ਕਰਦੀ ਆ। ਇਹਦਾ ਮਤਲਬ ਜੇ ਉਸਦੀ ਭੈਣ Z ਕੰਪਨੀ 'ਚ ਕੰਮ ਕਰਦੀ ਆ ਤਾਂ Z ਕੰਪਨੀਆਂ ਵਾਲੀਆਂ ਤਿੰਨਾਂ ਨੂੰ ਛੱਡ ਦਿੱਤਾ ਜਾਵੇ। ਬਾਕੀਆਂ ਬਾਰੇ ਤਾਂ ਕਨਫਰਮ ਹੋ ਗਿਆ ਕਿ ਬਾਕੀ ਸਾਰੇ ਤਾਂ ਮੇਲ ਨੇ। ਆ ਵੀ ਮੇਲ ਆ, ਆ ਵੀ ਮੇਲ ਆ। Z ਕੰਪਨੀਆਂ ਵਾਲੀ 'ਚੋਂ ਕੋਈ ਨਾ ਕੋਈ ਫੀਮੇਲ ਆ। ਤੁਸੀਂ ਕਹੋਗੇ ਬਾਕੀ ਮੇਲ ਕਿਵੇਂ ਹੋ ਸਕਦੇ ਆ? ਭਾਈ ਇੱਕ ਫੀਮੇਲ ਪਤਾ ਲੱਗ ਗਈ, ਇੱਕੋ ਹੀ ਫੀਮੇਲ ਹੋਰ ਰਹਿ ਗਈ, ਦੋ ਹੀ ਲੇਡੀਜ਼ ਆ ਕੰਮ ਕਰਨ ਵਾਲੀਆਂ। ਤੇ ਜਿਹੜੀ ਦੂਜੀ ਲੇਡੀ ਆ ਉਹ ਕਿਹੜੀ ਕੰਪਨੀ 'ਚ ਆ ਭਲਾ? Z ਕੰਪਨੀ 'ਚ। ਉਹ ਕਿਹੜੀ ਕੰਪਨੀ 'ਚ ਆਪਣੇ ਕੋਲ? Z ਕੰਪਨੀ 'ਚ। ਉਹਦੀ ਭੈਣ Z ਕੰਪਨੀ 'ਚ ਕੰਮ ਕਰਦੀ ਆ। ਮੈਨੂੰ ਲੱਗਦਾ ਉੱਪਰ ਵਾਲਾ ਇੱਕ ਬਲੌਕ ਰਹਿ ਗਿਆ ਆਪਣੇ ਕੋਲ, ਆ ਭਰਨ ਵਾਲਾ। ਇਹ ਤਾਂ ਭਰਿਆ ਜਾ ਸਕਦਾ ਹੈ ਕਿਉਂਕਿ ਜੇ ਇੰਜੀਨੀਅਰ ਆ ਤਾਂ E ਕੀ ਹੈ ਭਲਾ? ਕੰਪਿਊਟਰ ਵਾਲਾ। E ਕੀ ਆ? ਕੰਪਿਊਟਰ ਵਾਲਾ। ਆ ਜਾਓ ਵੀ ਅੱਗੇ ਹੁਣ
ਕਹਿੰਦਾ नो लेडी इज इंजीनियर और कंप्यूटर स्पैशलिस्ट, ना तो इंजीनियर कुड़ी आ तो वो पता ही है इंजीनियर मेल आ, ते ना कंप्यूटर वाला किहड़ा ये भी आपां नूं पता लग गया, ये बारे भी आपां नूं लाइन लिखण दी वैसे लोड़ ही नहीं सीगी। ठीक है, नो लेडी इज इंजीनियर और कंप्यूटर आ भी आपां नूं पता लग गया। हुण इत्थों आपां नूं एक आइडिया लाया जा सकदा है कि बई हाँ कि इत्थों आपां ये कह सकते हैं कि देखो आपां नूं चंगी तरह पता लग गया कि फाइनांस दे विच एक मेल आ, ठीक है, मार्केटिंग दे विच भी एक मेल आ, HR दे विच एक फीमेल आ। जे HR दे विच एक फीमेल हैगी आ तां HR दे विच दूजी फीमेल नहीं हो सकदी, आ की होऊगा मेल, आ पक्का मेल आ। ਇਹਦਾ ਕਨਫਰਮ ਆ ਕਿ ਇੱਕ ਮਹਿਕਮੇ 'ਚ ਦੋ ਔਰਤਾਂ ਕੰਮ ਨਹੀਂ ਕਰ ਸਕਦੀਆਂ, ਜੇ HR 'ਚ ਇੱਕ ਫੀਮੇਲ ਆ ਥੋੜਾ ਜਿਹਾ ਡਾਊਟ ਰਹਿ ਗਿਆ ਇਹਨਾਂ ਬਾਰੇ ਕਿ ਇਹ ਕੀ ਆ। ठीक है, फिलहाल हजे इनू आपां देखते हैं क्योंकि शायद ना कई बारी इन्हां दे आंसर एवें भी आ जाते हैं ना कि पता नहीं यार फीमेल मेल आ जा कि पता नहीं फीमेल मेल आ। चैक कर लांगे, जे आपां नूं इहदा आंसर लभ गया तो वधिया गल आ, नहीं तो आपां एज इट इज़ इत्थों ही छड्ड दांगे। ठीक है, जे कितों लगता है कि हाँ आपां इस सवाल का जवाब कढ सकते हैं तो ठीक है, अदरवाइज आपां इहदे ऑप्शनस देखते हैं। देखो आ जाओ, कहता किहड़ी कंपनी च सी काम करता है, सी किस कंपनी च काम करता है जां करदी है, सी काम करता है किहड़ी कंपनी च, वाई च। ठीक है, उस तो बाद आपां नूं अगे अपने कोल आ गया अगला सवाल, कहता किहड़ियां दो कंपनियां च HR काम करते हैं, HR किहड़ियां कंपनियां नाल संबंधित ने। HR संबंधित आ एक X कंपनी नाल ते दूजा HR संबंधित आ किहदे नाल, Z कंपनी नाल। ठीक है, तीसरा सवाल अपने कोल आ गया, टू लेडीज़, दो लेडीज़ किहड़ियां ने, दो लेडीज़ किहड़ियां ने, BD के DG। देखो B ते D लेडीज़ ने कि D ते D लेडीज़ ने। देखो एक गल ते कन्फर्म आपां नूं, एक गल ते आपां नूं कन्फर्म आ कि D तां औरत है ही है, D तां औरत है ही है। D दे नाल जां ते औरत कौन आ, B, ते जां D दे नाल औरत कौन आ, G। मतलब D एंड B जां D एंड G आही आ। तो देखो किड्डा वधिया सवाल आ, कहता औरत कौन है इन्हां चों, तो ओबवियस जी गल आ B ते D भी हो सकती है ते D ते G भी हो सकती है, मतलब आइदर A और B। कॉन्सैप्ट समझ आ गया कि जे तुहाडा सवाल अनसर्टेनिटी च हैगा है, डाउट च हैगा है, तो वो तुहाडे सवाल नूं उवें ही बना दिंदे आ, वो तुहाडे सवाल नूं उवें ही मेनटेन कर दिंदे आ जिवें तुसीं करवाउणा हुंदा है। आ दसो जी, समझ आ गई सारिआं नूं, आपे करदे रहिओ। कहंदे हु इज़ कंप्यूटर स्पैशलिस्ट, इन्हां चों कंप्यूटर स्पैशलिस्ट कौन निकल के आया, कंप्यूटर स्पैशलिस्ट किहड़ा है जी, E इज़ कंप्यूटर स्पैशलिस्ट। ठीक है, थोड़ा जिहा मैनूं A F ते M दे डाउट सीगा तां करके मैं पूरे दा पूरा सवाल सॉल्व कराता, पर किसी को कोई डाउट रहनी नहीं चाहिए ये। लो जी, इस सवाल नूं करन तो बाद नैक्सट हुण चलदे आं आपां, उम्मीद करदा कि सारिआं नूं समझ आ गया होऊगा। ठीक है, तो लो जी हुण आपां अगले सवाल ते चलदे आं। सवाल समझ आ गया सारिआं नूं, देखो लाइट नहीं हैगी शायद जी। ठीक, तो नैक्सट अगला क्वेश्चन अपने को आ गया, कहते जी स्टडी दी फॉलोइंग, क्लीयर है पहला क्वेश्चन, उम्मीद करदा कि सारिआं नूं समझ आ गई होगी। अगला सवाल आ, पहला इनू आपां इंग्लिश च पढ़ते हैं। कहते मदन एंड रोहित आर इन दी सेम टीम ऑफ हॉकी, मदन ते रोहित हॉकी दी टीम च ने। परथ डिफीटेड हॉकी रोहित इन बैडमिंटन, परथ ने रोहित नूं बैडमिंटन च हराया, बट सचिन तो टैनिस च हार गया। नितिन ने टीम बनाईयां सागर दे नाल फुटबाल च ते सचिन दे नाल हॉकी च। रोहित ने सचिन नूं डिफीट किया चैस च, ते जिहड़े क्रिकेट खेडदे आ वो बैडमिंटन नहीं खेडदे, ना वॉली खेडदे आ ते ना टैनिस खेडदे आ। मदन ते परथ जिहड़े आ वो बास्केटबॉल दी टीम च एक दूजे तो उल्ट ने। नितिन जिहड़ा है वो क्रिकेट दे विच अपनी टीम नूं स्टेट पद्धर ते रिप्रजेंट करदा है, मतलब स्टेट पद्धर दा खिडारी है। ते इसे तरीके नाल सागर जिहड़ा है वो डिस्ट्रिक्ट पद्धर ते क्रिकेट दा खिडारी है। लाइन दा मतलब यह है कि सागर डिस्ट्रिक्ट पद्धर ते उही कुछ करदा जो नितिन जिहड़ा है स्टेट पद्धर ते करदा, मतलब किहड़ी खेड नूं रिप्रजेंट करदा है, क्रिकेट नूं। बॉयज़ जिहड़े बंदे चैस खेडदे आ, फुटबाल बास्केटबॉल जां वॉलीबॉल बिल्कुल नहीं खेडदे। अगली गल, मदन ते परथ वॉलीबॉल दी टीम च इकट्ठे ने, जिहड़े फुटबाल खेडदे आ वो हाकी भी खेडदे आ। ठीक है, हुण ये तां हो गया अपने कोल पैरा जिन्हों कि असीं पंजाबी च भी पढ़ सकते हैं। कहंदा वो मुंडे दसो जिहड़े फुटबाल खेडदे आ, ਉਹ दसो ਜਿਹੜੇ हॉकी ते टैनिस खेडदे आ, ਉਹ दसो ਉਹ ਖੇਡ दसो ਜਿਹੜੀ ਸਭ ਤੋਂ ਵੱਧ ਪ੍ਰਚਲਿਤ ਹੈ ਇਹਨਾਂ 'ਚ।
ਠੀਕ ਆ। ਤੇ ਸਭ ਤੋਂ ਵੱਧ ਮੈਚ ਕਿਹੜੀ ਗੇਮ ਦੇ ਖੇਡੇ ਗਏ ਆ? ਹੂ ਪਲੇਜ਼ ਦੀ ਲਾਰਜੈਸਟ, ਅੱਛਾ ਕੌਣ ਸਭ ਤੋਂ ਵੱਧ ਗੇਮਾਂ ਖੇਡਦਾ ਹੈ? ਠੀਕ ਆ। ਕਿਹੜਾ ਬॉय ਆ ਜਿਹੜਾ ਬੈਡਮਿੰਟਨ ਤੇ ਹਾਕੀ ਦੋਵੇਂ ਖੇਡਦਾ ਹੈ? ਸੋ ਇਸ ਟਾਈਪ ਦਾ ਸਵਾਲ ਆ। ਸੋ ਸਾਨੂੰ ਇਹਦੇ 'ਚ ਇੱਕ ਗੱਲ ਸਮਝ ਆ ਗਈ ਤੁਹਾਨੂੰ ਸਾਰਿਆਂ ਨੂੰ ਕਿ ਇਸ ਸਵਾਲ 'ਚ ਜਿੱਤ ਹਾਰ ਦਾ ਕੋਈ ਚੱਕਰ ਨਹੀਂ, ਬਸ ਤੁਸੀਂ ਤਾਂ ਇਹ ਕੱਢਣਾ ਹੈ ਕਿ ਖਿਡਾਰੀ, ਹੁਣ ਇਹਦਾ ਟੇਬਲ ਬਣਾਉਣ ਦੇ ਕਈ ਤਰੀਕੇ ਆ। ਤੁਹਾਡੇ ਚੋਂ ਕਈ ਜਾਣੇ ਇਹਦੇ ਟੇਬਲ ਐਵੇਂ ਵੀ ਬਣਾ ਸਕਦੇ ਆ ਕਿ ਇੱਕ ਪਾਸੇ ਲਿਖੋ ਨਾਮ ਜਿਹੜਾ ਤੁਸੀਂ ਘਰੇ ਜਾ ਕੇ ਬਣਾਓਗੇ, ਮਦਨ ਰੋਹਿਤ ਫਲਾਂ ਫਲਾਂ ਫਲਾਂ, ਇਧਰਲੇ ਪਾਸੇ ਲਿਖੋਗੇ ਹਾਕੀ ਕ੍ਰਿਕਟ ਦਿਸ ਔਰ ਦਿਸ, ਟਿਕ ਲਾਉਂਦੇ ਜਾਓਗੇ ਕਿ ਆਹ ਬੰਦਾ ਆ ਵੀ ਖੇਡਦਾ ਹੈ, ਆ ਵੀ ਖੇਡਦਾ ਹੈ। ਠੀਕ ਹੈ, ਚਲੋ ਇਦਾਂ ਕਰਦਾ, ਮੈਂ ਵੀ ਉਵੇਂ ਬਣਾਦਾ, ਨਹੀਂ ਤੇ ਮੈਂ ਨਾ ਨਾਮਾਂ ਦੇ ਥੱਲੇ ਲਿਖਣਾ ਸੀ ਆਹ ਬੰਦਾ ਹਾਕੀ ਆ ਫਲਾਣਾ ਫਲਾਂ ਫਲਾਂ, ਚਲੋ ਕੋਈ ਚੱਕਰ ਹੀ ਨਹੀਂ, ਮੈਂ ਵੀ ਉਵੇਂ ਹੀ ਬਣਾਉਣਾ ਜਿਵੇਂ ਤੁਸੀਂ ਤੁਹਾਨੂੰ ਬਣਾਉਣ ਲਈ ਕਿਹਾ। ਮਦਨ, ਮਦਨ ਤੋਂ ਬਾਅਦ ਆਪਣੇ ਕੋਲ ਦੂਜਾ ਪਲੇਅਰ ਕਿਹੜਾ ਹੈ? ਰੋਹਿਤ, ਰੋਹਿਤ ਤੋਂ ਬਾਅਦ ਆਪਣੇ ਕੋਲ ਤੀਸਰਾ ਪਲੇਅਰ ਕਿਹੜਾ ਹੈ? ਰੋਹਿਤ ਤੋਂ ਬਾਅਦ ਤੀਸਰਾ ਪਲੇਅਰ ਆ ਪਰਥ, ਪਰਥ ਤੋਂ ਬਾਅਦ ਅਗਲਾ ਪਲੇਅਰ ਕਿਹੜਾ ਆਪਣੇ ਕੋਲ? ਸਚਿਨ, ਅਗਲਾ ਨਹੀਂ, ਅਗਲਾ ਸਚਿਨ, ਅਗਲਾ ਨਿਤਿਨ, ਅਗਲਾ ਸਾਗਰ, ਸਚਿਨ। ਠੀਕ ਹੈ, ਅਗਲਾ ਪਲੇਅਰ ਆਪਣੇ ਕੋਲ ਆ ਗਿਆ ਨਿਤਿਨ, ਅਗਲਾ ਆਪਣੇ ਕੋਲ ਆ ਗਿਆ ਸਾਗਰ। ਹੋਰ ਕੋਈ ਪਲੇਅਰ ਬਚਿਆ ਆਪਣੇ ਕੋਲ? ਨਿਤਿਨ, ਸਾਗਰ, ਪਰਥ, ਮਦਨ, ਬਸ ਇੰਨੇ ਕੀ ਆ ਹਨਾ। ਬਾਕੀ ਜੇ ਲੋੜ ਪਈ ਤਾਂ ਫਿਰ ਦੇਖ ਲਾਂਗੇ। ਖੇਡ ਕਿਹੜੀ ਕਿਹੜੀ ਆ? ਇੱਕ ਤਾਂ ਹਾਕੀ ਆ ਗਈ, ਠੀਕ ਆ। ਹੋਰ ਕਿਹੜੀ ਆ? ਹਾਕੀ ਤੋਂ ਬਾਅਦ ਲਾਈਨ ਵਾਈਜ਼ ਲਿਖਿਓ ਬਸ। ਬੈਡਮਿੰਟਨ, ਦੂਜਾ ਜ਼ਿਕਰ ਬੈਡਮਿੰਟਨ ਦਾ, ਤੀਸਰਾ ਜ਼ਿਕਰ ਕਿਹਦੇ ਦਾ? ਟੈਨਿਸ ਦਾ, ਤੇ ਚੌਥਾ ਜ਼ਿਕਰ ਕਿਹਦਾ ਹੈ? ਫੁੱਟਬਾਲ ਦਾ। ਪੰਜਵਾਂ ਜ਼ਿਕਰ ਕਿਹੜੀ ਖੇਡ ਦਾ ਹੈ? ਚੈਸ ਦਾ। ਤੇ ਅਗਲਾ ਚੈਸ, ਚੈਸ ਤੋਂ ਬਾਅਦ ਅੱਗੇ ਦੇਖੋ ਕ੍ਰਿਕਟ ਆ ਗਈ, ਨਹੀਂ ਆਈ। ਚੈਸ ਤੋਂ ਬਾਅਦ ਅੱਗੇ ਕ੍ਰਿਕਟ ਆ ਗਈ ਨਾ, ਕ੍ਰਿਕਟ। ਇਸ ਤੋਂ ਬਾਅਦ ਕਿਹੜੀ ਗੇਮ ਆਪਣੇ ਕੋਲ? ਚੈਸ ਤੋਂ ਬਾਅਦ ਕ੍ਰਿਕਟ, ਕ੍ਰਿਕਟ ਤੋਂ ਬਾਅਦ ਆਪਣੇ ਕੋਲ ਅੱਗੇ ਆ ਗਈ ਬੈਡਮਿੰਟਨ ਹੋਈ ਹੋਈ ਆ, ਵਾਲੀਬਾਲ, ਵਾਲੀ ਰਹਿ ਗਈ ਇੱਕ, ਵਾਲੀ, ਵਾਲੀ ਤੋਂ ਬਾਅਦ ਆਪਣੇ ਕੋਲ ਕੀ ਰਹਿ ਗਿਆ? ਆ ਲਓ ਜੀ ਬਾਸਕਟਬਾਲ। ਹੋਰ ਬਾਸਕਟਬਾਲ, ਹੋਰ ਕੋਈ ਗੇਮ ਰਹਿ ਗਈ ਹੋਵੇ ਆਪਣੇ ਕੋਲ? ਵਾਲੀ, ਬਾਸਕਟਬਾਲ, ਫੁੱਟਬਾਲ ਨਹੀਂ, ਫੁੱਟਬਾਲ ਵੀ ਹੋ ਗਈ, ਬਸ ਕਲੀਅਰ ਹੈ। ਆ ਜਾਓ ਵੀ ਹੁਣ ਅੱਗੇ। ਮਦਨ ਤੇ ਰੋਹਿਤ ਹਾਕੀ 'ਚ ਨੇ, ਮਦਨ ਤੇ ਰੋਹਿਤ ਤੇ ਹਾਕੀ ਦੀ ਟਿਕ ਲਾਤੀ। ਮਦਨ ਤੇ ਰੋਹਿਤ ਹਾਕੀ 'ਚ ਨੇ। ਪਰਥ ਨੇ ਰੋਹਿਤ ਨੂੰ ਡਿਫੀਟ ਕੀਤਾ ਬੈਡਮਿੰਟਨ 'ਚ, ਪਰਥ ਤੇ ਬੈਡਮਿੰਟਨ ਰੋਹਿਤ, ਠੀਕ ਆ, ਟਿਕ ਲਾਈ ਚੱਲੋ, ਉਹ ਆਹੀ ਆ। ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਪਰ ਪਰਥ ਨੇ ਰੋਹਿਤ ਨੂੰ ਬੈਡਮਿੰਟਨ 'ਚ ਹਰਾਇਆ ਬਟ ਲੌਸਟ ਟੂ ਸਚਿਨ। ਪਰਥ ਸਚਿਨ ਤੋਂ ਹਾਰ ਗਿਆ। ਪਰਥ ਕਿਹਦੇ ਤੋਂ ਹਾਰ ਗਿਆ? ਸਚਿਨ ਤੋਂ ਹਾਰ ਗਿਆ ਪਰਥ। ਪਰਥ ਕਿਹਦੇ ਤੋਂ ਹਾਰ ਗਿਆ ਭਾਈ? ਕਿੱਥੇ ਲਿਖਿਆ ਹੈ? ਪਰਥ ਲੌਸਟ ਟੂ ਸਚਿਨ ਇਨ ਟੈਨਿਸ। ਆ ਪਰਥ ਰਿਹਾ ਤੇ ਸਚਿਨ ਆ, ਇਹ ਦੋਵੇਂ ਟੈਨਿਸ ਖੇਡਦੇ ਆ ਬਈ। ਪਰਥ ਤੇ ਸਚਿਨ ਟੈਨਿਸ ਵੀ ਖੇਡਦੇ ਆ। ਉਹ ਸਮਝ ਆ ਗਈ ਗੱਲ? ਅੱਗੇ ਆ ਜਾਓ। ਹੋਰ ਅੱਗੇ ਕੀ ਰੌਲਾ ਰਹਿ ਗਿਆ ਹੁਣ ਆਪਣੇ ਕੋਲ? ਨਿਤਿਨ ਨੇ ਸਾਗਰ ਦੇ ਨਾਲ ਫੁੱਟਬਾਲ ਖੇਡੀ। ਨਿਤਿਨ ਕਿੱਥੇ ਆ? ਨਿਤਿਨ ਤੇ ਸਾਗਰ ਫੁੱਟਬਾਲ ਤੇ ਟਿਕ ਲਾ ਦੋ। ਨਿਤਿਨ ਤੇ ਸਾਗਰ ਫੁੱਟਬਾਲ ਤੇ ਵੀ ਟਿਕ ਲਾਤੀ ਆਪਾਂ, ਉਹ ਠੀਕ ਆ। ਨਿਤਿਨ ਤੇ ਸਾਗਰ ਫੁੱਟਬਾਲ ਵੀ ਖੇਡਦੇ ਆ। ਤੇ ਨਿਤਿਨ ਟੀਮਸ ਵਿਦ ਸਾਗਰ ਇਨ ਫੁੱਟਬਾਲ ਐਂਡ ਵਿਦ ਸਚਿਨ ਇਨ ਹਾਕੀ। ਨਿਤਿਨ ਸਚਿਨ ਨਾਲ ਹਾਕੀ ਵੀ ਖੇਡ ਆਉਂਦਾ ਹੈ। ਨਿਤਿਨ ਕਿੱਥੇ ਆ ਰਿਹਾ? ਨਿਤਿਨ ਹਾਕੀ, ਹਾਕੀ ਕਿੱਥੇ ਆ ਰਹੀ? ਨਿਤਿਨ ਤੇ ਸਚਿਨ ਭਾਈ ਹਾਕੀ ਵੀ ਖੇਡ ਆਉਂਦੇ ਆ ਲਾਓ ਟਿਕ ਇੱਥੇ। ਨਿਤਿਨ ਤੇ ਸਚਿਨ ਹਾਕੀ ਵੀ ਖੇਡ ਆਉਂਦੇ ਆ। ਨਿਤਿਨ ਟੀਮਸ ਵਿਦ ਸਚਿਨ ਇਨ ਹਾਕੀ, ਆਹੀ ਆ। ਅੱਗੇ ਆ ਜਾਓ। ਨਿਤਿਨ ਟੀਮਸ ਵਿਦ ਸਚਿਨ ਇਨ ਹਾਕੀ। ਰੋਹਿਤ ਡਿਫੀਟ ਸਚਿਨ ਇਨ ਚੈਸ। ਰੋਹਿਤ ਤੇ ਸਚਿਨ ਚੈਸ ਕਿੱਥੇ ਆ? ਰੋਹਿਤ ਤੇ ਸਚਿਨ ਚੈਸ, ਚੈਸ ਕਿੱਥੇ ਆ? ਆਹੀ ਆ। ਰੋਹਿਤ ਵੀ ਚੈਸ ਤੇ ਟਿਕ ਲਾ ਦੋ, ਸਚਿਨ ਵੀ ਚੈਸ ਤੇ ਟਿਕ ਲਾ ਦੋ, ਠੀਕ ਆ ਜੀ। ਆ ਗੱਲ ਸਮਝ ਆ ਗਈ? ਰੋਹਿਤ ਦਾ ਵੀ ਚੈਸ ਤੇ ਟਿਕ ਲਾਤਾ, ਸਚਿਨ ਦਾ ਵੀ ਚੈਸ ਤੇ ਟਿਕ ਲਾਤਾ। ਅੱਗੇ ਆ ਜਾਓ। ਨਿਤਿਨ ਰਿਪਰੈਜ਼ੈਂਟ ਹਿਜ਼ ਸਟੇਟ ਇਨ ਕ੍ਰਿਕਟ। ਨਿਤਿਨ ਕ੍ਰਿਕਟ ਖੇਡਦਾ ਹੈ ਤੇ ਸਾਗਰ ਵੀ ਡਿਸਟ੍ਰਿਕਟ ਲੈਵਲ ਤੇ ਖੇਡਦਾ ਹੈ। ਨਿਤਿਨ ਤੇ ਸਾਗਰ ਕ੍ਰਿਕਟ, ਕ੍ਰਿਕਟ ਚ ਆ ਦੋ, ਇਹਦੇ ਤੇ ਵੀ ਟਿਕ ਲਾ ਦੋ ਤੇ ਇਹਦੇ ਤੇ ਵੀ ਟਿਕ ਲਾ ਦੋ, ਆ ਠੀਕ ਆ ਨਾ। ਨਿਤਿਨ ਤੇ ਸਾਗਰ ਕ੍ਰਿਕਟ ਵੀ ਖੇਡਦੇ ਆ। ਉਸ ਤੋਂ ਬਾਅਦ ਅੱਗੇ ਆ ਜਾਓ। ਨੈਕਸਟ ਬॉयਜ਼ ਹੂ ਪਲੇ, ਨਹੀਂ ਇੱਕ ਹੋਰ ਆ,
ਆ ਤਾਂ ਆਪਾਂ ਬਹੁਤ ਅੱਗੇ ਆ ਗਏ ਸੀਗੇ। ਜਿਹੜੇ ਕ੍ਰਿਕਟ ਖੇਡਦੇ ਆ ਉਹ ਬੈਡਮਿੰਟਨ, ਵਾਲੀ ਜਾਂ ਟੈਨਿਸ ਨਹੀਂ ਖੇਡਦੇ। ਨਾਮ ਪੱਖੀ ਤਾਂ ਮੈਨੂੰ ਲੱਗਦਾ ਪੇਪਰ 'ਚ ਕੋਈ ਗੱਲ ਵੀ ਨਹੀਂ ਕੀਤੀ ਉਹਨਾਂ ਨੇ ਕੁਐਸਚਨਾਂ 'ਚ, ਜੇ ਲੋੜ ਪਈ ਤਾਂ ਫੇਰ ਚੱਕਾਂਗੇ। ਕਹਿੰਦੇ ਕਿ ਜਿਹੜੇ ਕ੍ਰਿਕਟ ਖੇਡਦੇ ਆ ਉਹ ਬੈਡਮਿੰਟਨ, ਹਾਕੀ ਜਾਂ ਟੈਨਿਸ ਨਹੀਂ ਖੇਡਦੇ। ਮੈਦਾਨ ਤੇ ਪਰਥ ਬਾਸਕਟਬਾਲ 'ਚ ਇੱਕ ਦੂਜੇ ਤੋਂ ਉਲਟ ਨੇ। ਮੈਦਾਨ ਤੇ ਪਰਥ ਬਾਸਕਟਬਾਲ ਖੇਡਦੇ ਆ, ਵੀ ਆ ਜਾਓ ਬਾਸਕਟਬਾਲ 'ਚ, ਠੀਕ ਆ। ਆ ਤਾਂ ਮੈਦਾਨ ਤੇ ਪਰਥ ਤੇ ਮੈਦਾਨ, ਇਹ ਬਾਸਕਟਬਾਲ ਖੇਡਦੇ ਆ, ਠੀਕ ਆ। ਨਿਤਿਨ ਸਟੇਟ ਲੈਵਲ ਤੇ ਕ੍ਰਿਕਟ ਖੇਡਦਾ ਤੇ ਸਾਗਰ ਡਿਸਟ੍ਰਿਕਟ ਲੈਵਲ ਤੇ। ਨਿਤਿਨ ਤੇ ਇਹ ਵੀ ਹੋ ਗਈ ਲਾਈਨ। ਜਿਹੜੇ ਚੈਸ ਖੇਡਦੇ ਆ ਉਹ ਫੁੱਟਬਾਲ, ਬਾਸਕਟਬਾਲ ਤੇ ਵਾਲੀ ਨਹੀਂ ਖੇਡਦੇ, ਇਹ ਨੈਗੇਟਿਵ ਜੀ ਗੱਲ ਆ। ਮੈਦਾਨ ਤੇ ਪਰਥ ਦੋਵੇਂ ਵਾਲੀਬਾਲ ਦੀ ਟੀਮ 'ਚ ਨੇ। ਮੈਦਾਨ ਤੇ ਪਰਥ ਆ ਰਿਹਾ, ਮੈਦਾਨ ਆ ਰਿਹਾ ਪਰਥ ਵਾਲੀਬਾਲ 'ਚ। ਮੈਦਾਨ ਤੇ ਪਰਥ ਵਾਲੀਬਾਲ 'ਚ ਵੀ ਨੇ, ਇਹ ਕਿਸੇ ਹੋਰ ਖੇਡ 'ਚ ਵੀ ਇਕੱਠੇ ਹੀ ਸੀਗੇ, ਠੀਕ ਆ। ਬॉयਜ਼ ਹੂ ਪਲੇ ਫੁੱਟਬਾਲ ਖੇਡ ਆਲਸੋ ਪਲੇ ਹਾਕੀ। ਫੁੱਟਬਾਲ ਵਾਲੇ ਹਾਕੀ ਪੱਕੀ ਖੇਡਦੇ ਆ। ਜਿਹੜੇ ਫੁੱਟਬਾਲ ਵਾਲੇ ਆ, ਆ ਜਿਹੜਾ ਫੁੱਟਬਾਲ ਵਾਲਾ ਇਹ ਹਾਕੀ ਪੱਕੀ ਖੇਡੂਗਾ, ਆ ਜੇ ਫੁੱਟਬਾਲ ਵਾਲਾ ਇਹ ਵੀ ਹਾਕੀ ਪੱਕੀ ਖੇਡੂਗਾ। ਇੱਥੇ ਵੀ ਟਿਕ ਲਾ ਦਿਓ। ਹਾਂ, ਫੁੱਟਬਾਲ ਵਾਲੇ ਹਾਕੀ ਪੱਕੀ ਖੇਡਦੇ ਆ ਸਮਝ ਆ ਗਈ ਚੀਜ਼। ਤਕਰੀਬਨ ਪੋਜ਼ਿਟਿਵ ਦੇਖ ਟਰਮ ਚੱਕੀਏ ਤਾਂ ਆਹੀ ਆ। ਜੇ ਵਿੱਚੋਂ ਕੋਈ ਨਾ ਪੱਕੀ ਸਵਾਲ ਆ ਗਿਆ, ਨੈਗੇਟਿਵ ਸਵਾਲ ਆ ਗਿਆ, ਤਾਂ ਆਪਾਂ ਦੁਬਾਰਾ ਫੇਰ ਇਹਦੇ ਤੇ ਆਵਾਂਗੇ ਨੈਗੇਟਿਵ ਵਾਲੀਆਂ ਗੱਲਾਂ ਲਿਖਣ ਵਾਸਤੇ। ਪਹਿਲਾ ਸਵਾਲ ਕਹਿੰਦਾ ਉਹ ਦੱਸੋ ਜਿਹੜੇ ਫੁੱਟਬਾਲ ਨਹੀਂ ਖੇਡਦੇ। ਜਿਹੜੇ ਫੁੱਟਬਾਲ ਨਹੀਂ ਖੇਡਦੇ ਉਹ ਦੱਸੋ ਕਿਹੜੇ ਆ, ਠੀਕ ਆ। ਕਿੰਨੇ ਜਾਣੇ ਆ? 1 2 3 ਤੇ 4 ਜਾਣੇ ਆ ਜਿਹੜੇ ਫੁੱਟਬਾਲ ਨਹੀਂ ਖੇਡਦੇ, ਠੀਕ ਆ। ਤਾਂ ਇੱਕ ਮਿੰਟ, ਹੂ ਡੂ ਨਾਟ ਪਲੇ ਫੁੱਟਬਾਲ, ਕਿਹੜੇ ਜਾਣੇ ਆ ਜਿਹੜੇ? ਅੱਛਾ, ਬਾਕੀਆਂ ਬਾਰੇ ਇਨਫੋਰਮੇਸ਼ਨ ਹੀ ਆਪਾਂ ਨੂੰ ਨੈਗੇਟਿਵ ਸਟੇਟਮੈਂਟਸ ਵੀ ਲਿਖਣੀਆਂ ਪੈਣਗੀਆਂ। ਆ ਜਾਓ, ਤੁਹਾਡੇ ਸਾਹਮਣੇ ਆ, ਪਤਾ ਲੱਗ ਗਿਆ ਨਾ, ਬਿਕੋਜ਼ ਬਾਕੀਆਂ ਬਾਰੇ ਕੋਈ ਜਾਣਕਾਰੀ ਹੈ ਨਹੀਂ। ਹਾਂ, ਕਿਹੜੇ ਕਿਹੜੇ ਫੁੱਟਬਾਲ ਨਹੀਂ ਖੇਡਦੇ ਹੁਣ ਉਹਨਾਂ ਬਾਰੇ ਕਹਿੰਦੇ। ਜਿਹੜੇ ਕ੍ਰਿਕਟ ਖੇਡਦੇ ਨੇ ਉਹ ਬੈਡਮਿੰਟਨ, ਹਾਕੀ ਤੇ ਟੈਨਿਸ ਨਹੀਂ ਖੇਡਦੇ। ਜਿਹੜੇ ਕ੍ਰਿਕਟ ਖੇਡਦੇ ਨੇ ਉਹ ਬੈਡਮਿੰਟਨ, ਹਾਕੀ ਤੇ ਟੈਨਿਸ ਨਹੀਂ ਖੇਡਦੇ। ਅੱਗੇ ਆ ਜਾਓ, ਜਿਹੜੇ ਚੈਸ ਖੇਡਦੇ ਨੇ ਉਹ ਫੁੱਟਬਾਲ, ਬਾਸਕਟਬਾਲ ਤੇ ਵਾਲੀ ਨਹੀਂ ਖੇਡਦੇ। ਜਿਹੜੇ ਚੈਸ ਖੇਡਦੇ ਨੇ, ਕਿਹੜੇ ਭਲਾ? ਜਿਹੜੇ ਚੈਸ ਖੇਡਦੇ ਨੇ, ਚੈਸ ਖੇਡਣ ਵਾਲੇ ਆਹ ਦੋ ਜਣੇ ਆ। ਚੈਸ ਖੇਡਣ ਵਾਲੇ ਫੁੱਟਬਾਲ ਫਿਰ ਨਹੀਂ ਖੇਡਣਗੇ, ਕਲੀਅਰ ਹੈ ਗੱਲ। ਜਿਹੜੀ ਚੈਸ ਖੇਡਣ ਵਾਲੇ ਕੌਣ ਕੌਣ ਨੇ? ਆਹ ਦੋ ਜਣੇ ਆ, ਇੱਕ ਰੋਹਿਤ ਤੇ ਇੱਕ ਕੌਣ ਆ? ਸਚਿਨ। ਬਈ ਰੋਹਿਤ ਤੇ ਸਚਿਨ ਚੈਸ ਖੇਡਦੇ ਆ। ਜੇ ਰੋਹਿਤ ਤੇ ਸਚਿਨ ਚੈਸ ਖੇਡਦੇ ਆ ਤੇ ਇਹਨਾਂ ਦਾ ਮੈਂ ਇੱਥੇ ਲਿਖ ਸਕਦਾ ਕਿ ਇਹ ਫੁੱਟਬਾਲ ਨਹੀਂ ਖੇਡਦੇ, ਕ੍ਰਾਸ ਕਰ ਦੂੰਗਾ। ਇਟ ਮੀਨਸ ਸਚਿਨ ਐਂਡ ਰੋਹਿਤ, ਸਚਿਨ ਐਂਡ ਰੋਹਿਤ, ਸਚਿਨ ਐਂਡ ਰੋਹਿਤ। ਆ ਲਓ ਜੀ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਚੈਸ ਖੇਡਦੇ ਆ ਉਹਦੇ ਸਾਹਮਣੇ ਕ੍ਰਾਸ ਕਰ ਦਿਓ ਕਿ ਬਈ ਉਹ ਫੁੱਟਬਾਲ ਫਿਰ ਨਹੀਂ ਖੇਡਣਗੇ। ਉਹ ਗੱਲ ਸਮਝ ਆ ਗਈ ਸਾਰਿਆਂ ਨੂੰ? ਨੈਕਸਟ ਅੱਗੇ ਆ ਜਾਓ ਅਗਲੇ ਸਵਾਲ ਤੇ। ਸਭ ਤੋਂ ਪਪੂਲਰ ਕੌਣ ਆ ਜੋ ਹਾਕੀ ਤੇ ਟੈਨਿਸ ਦੋਵੇਂ ਖੇਡਦਾ ਹੈ? ਹਾਕੀ ਐਂਡ ਟੈਨਿਸ ਆ ਜਾਓ। ਹਾਕੀ ਵੀ ਖੇਡਦਾ ਹੋਵੇ ਤੇ ਟੈਨਿਸ ਵੀ ਖੇਡਦਾ ਹੋਵੇ। ਹਾਕੀ ਤੇ ਟੈਨਿਸ ਆ ਚੱਕੋ, ਆ ਰਿਹਾ ਸਚਿਨ। ਸਚਿਨ ਉਹ ਪਲੇਅਰ ਆ ਜਿਹੜਾ ਹਾਕੀ ਵੀ ਖੇਡਦਾ ਤੇ ਟੈਨਿਸ ਵੀ ਖੇਡਦਾ ਹੈ। ਸਚਿਨ ਪਲੇਜ਼ ਹਾਕੀ ਐਂਡ ਟੈਨਿਸ, ਇਹ ਵੀ ਚੱਕੋ। ਅਗਲਾ, ਸਭ ਤੋਂ ਪਪੂਲਰ ਗੇਮ ਕਿਹੜੀ ਆ? ਕਿਹੜੀ ਖੇਡ ਆ ਜਿਹੜੀ ਸਭ ਤੋਂ ਵੱਧ ਖੇਡੀ ਜਾ ਰਹੀ ਹੈ? ਹਾਕੀ, ਆਈ ਥਿੰਕ ਹਾਕੀ। 1 2 3 4 5 ਜਾਣੇ ਖੇਡਦੇ ਹਾਕੀ। ਹਾਕੀ ਸਭ ਤੋਂ ਵੱਧ ਪਪੂਲਰ ਖੇਡ ਹੈ ਇਹਨਾਂ 'ਚ, ਤਾਂ ਸਭ ਤੋਂ ਵੱਧ ਖੇਡੀ ਜਾ ਰਹੀ ਹੈ ਹਾਕੀ। ਹੂ ਪਲੇਜ਼ ਦੀ ਲਾਰਜੈਸਟ ਨੰਬਰ ਆਫ ਗੇਮਸ, ਸਭ ਤੋਂ ਵੱਧ ਖੇਡਾਂ ਕਿਹੜਾ ਖੇਡ ਰਿਹਾ ਇਹਨਾਂ 'ਚੋਂ? ਸਭ ਤੋਂ ਵੱਧ ਖੇਡਾਂ ਕੌਣ ਖੇਡ ਰਿਹਾ ਇਹਨਾਂ 'ਚੋਂ? ਆਈ ਥਿੰਕ ਉਹ ਹੋਊਗਾ ਆ ਸ਼ਖਸ। ਨਹੀਂ, ਇਹ ਵੀ ਨਹੀਂ। 1 2 3 4 1 2 3 1 2 3 1 2 3 1 2 3 ਆਹ ਵਾਲਾ 4 ਆ ਪਰਥ 4 ਗੇਮਾਂ ਖੇਡਦਾ ਹੈ, ਬਾਕੀ ਸਾਰੇ 3 ਗੇਮਾਂ ਖੇਡ ਰਹੇ ਆ, ਠੀਕ ਆ। ਇਹ ਵੀ ਆਪਾਂ ਨੂੰ ਸਮਝ ਆ ਗਿਆ ਕਿ ਪਰਥ ਇਹਨਾਂ 'ਚੋਂ 4 ਗੇਮਾਂ ਖੇਡਦਾ ਹੈ। ਕਿਹੜਾ ਜਾਣਾ ਹੈ ਜਿਹੜਾ ਬੈਡਮਿੰਟਨ ਤੇ ਹਾਕੀ ਦੋਵੇਂ ਖੇਡਦਾ ਹੈ? ਬੈਡਮਿੰਟਨ ਤੇ ਹਾਕੀ ਆ ਜਾਓ। ਬੈਡਮਿੰਟਨ ਵੀ ਖੇਡਦਾ ਹੋਵੇ ਤੇ ਹਾਕੀ ਵੀ ਖੇਡਦਾ ਹੋਵੇ, ਉਹ ਰੋਹਿਤ ਆ। ਬੈਡਮਿੰਟਨ ਤੇ ਹਾਕੀ ਰੋਹਿਤ, ਠੀਕ ਆ। ਇਟ ਮੀਨਸ ਤੁਹਾਡੇ ਸਾਹਮਣੇ ਆ, ਮੈਂ ਇਸ ਟੇਬਲ 'ਚੋਂ ਸੋਚਿਆ ਸੀ ਕਿ ਨੈਗੇਟਿਵ ਵਾਲੀਆਂ ਗੱਲਾਂ ਰਹਿਣ ਦੂੰਗਾ, ਪਰ ਉਹ ਵੀ ਲਿਖਣੀਆਂ ਪੈਣੀਆਂ। ਕ੍ਰਾਸ ਮਾਰ ਦਿਓ ਵੀ ਉਹਨਾਂ ਤੇ ਵੀ, ਜੇ ਸਵਾਲ ਸੌਖਾ ਕਰਨਾ ਹੈ। ਮਤਲਬ ਦੁਬਾਰਾ ਸਵਾਲ ਕਰਨਾ ਨਹੀਂ ਆਉਣਾ ਤਾਂ ਇੱਕੋ ਵਾਰ 'ਚ ਵੀ ਨਿਬੇੜ ਦਿਓ ਤੁਸੀਂ ਉੱਥੇ। ਪਰ ਕਨਸੈਪਟ ਸਮਝ ਆ ਗਿਆ ਕਿ ਕਿਵੇਂ ਅਸੀਂ ਇਸ ਸਵਾਲ ਨੂੰ ਹੱਥ ਪਾਇਆ। ਵੈਸੇ ਮੈਂ ਲਿਖਣ ਲੱਗਾ ਸੀਗਾ ਕਿ ਉੱਪਰ ਇੱਕ ਟੇਬਲ ਬਣਾਉਣਾ ਸੀ, ਮੈਦਾਨ ਰੋਹਿਤ ਜਿਵੇਂ ਮੈਂ ਬਣਾਉਣਾ, ਥੱਲੇ ਸਿਰਫ ਉਹਨਾਂ ਦੇ ਖਿਡਾਰੀਆਂ ਖੇਡਾਂ ਦੇ ਨਾਲ। ਪਰ ਪ੍ਰੋਬਲਮ ਪਤਾ ਉਹਦੇ 'ਚ ਕੀ ਹੋਣੀ ਸੀ? ਉਹਦੇ 'ਚ ਇੱਕ ਗੜਬੜ ਹੋ ਜਾਣੀ ਸੀ। ਆਹ ਬੰਦਾ ਆਹ ਗੇਮ ਖੇਡਦਾ, ਉਹਦੇ ਸਾਹਮਣੇ ਉੱਥੇ ਕ੍ਰਾਸ ਨਹੀਂ ਸੀ ਵੱਜਣਾ ਕਿ ਆਹ ਨਹੀਂ ਖੇਡਦਾ। ਤਾਂ ਇਸ ਕਰਕੇ ਮੈਨੂੰ ਡਿਟੇਲ 'ਚ ਬਣਾਤਾ ਤੇ ਜ਼ਿਆਦਾ ਫਾਇਦੇ 'ਚ ਰਿਹਾ ਆਪਾਂ, ਠੀਕ ਆ। ਜਿਹੜੀ ਉਹ ਲਾਈਨ ਹੈ, ਫੁੱਟਬਾਲ ਖੇਡਣ ਵਾਲੇ ਹਾਕੀ ਵੀ ਖੇਡਦੇ ਨੇ। ਹਾਂਜੀ, ਜਿਹੜੇ ਹਾਕੀ ਖੇਡਦੇ ਨੇ ਫੁੱਟਬਾਲ ਦੇ ਵੀ ਖੇਡਦੇ ਆ, ਆਪੋਜ਼ਿਟ ਵਾਈਸ ਵਰਸਾ। ਨਾ ਬਿਲਕੁਲ ਨਹੀਂ, ਬਿਲਕੁਲ। ਜਦੋਂ ਆਪਾਂ ਨੂੰ ਕਿਸੇ ਨੇ ਕਹਿਤਾ ਫੁੱਟਬਾਲ ਖੇਡਣ ਵਾਲੇ ਹਾਕੀ ਖੇਡਦੇ ਆ, ਇਹਦਾ ਮਤਲਬ ਇਹ ਆ ਕਿ ਜਿਹੜੇ ਫੁੱਟਬਾਲ ਦੇ ਪਲੇਅਰ ਆ ਉਹਨਾਂ ਨੂੰ ਤੁਸੀਂ ਹਾਕੀ 'ਚ ਐਂਟਰੀ ਦਿਓ, ਪਰ ਜਿਹੜੇ ਹਾਕੀ ਹੀ ਖੇਡ ਰਹੇ ਆ ਉਹਨਾਂ ਦਾ ਫੁੱਟਬਾਲ ਨਾਲ ਕੋਈ ਸੰਬੰਧ ਨਹੀਂ। ਵਾਈਸ ਵਰਸਾ ਇਹਦਾ ਟਰੂ ਨਹੀਂਗਾ। ਨੈਕਸਟ ਆ ਜਾਓ ਅੱਗੇ ਵੀ। ਹੁਣ ਆ ਗਿਆ ਆਪਣੇ ਕੋਲ ਅਗਲਾ ਸਵਾਲ,
ਠੀਕ ਆ। ਅਗਲਾ ਸਵਾਲ ਆਪਣੇ ਕੋਲ ਆ ਗਿਆ, ਇਹ ਵੀ ਆਪਾਂ ਹਜੇ ਪਹਿਲੀ ਐਕਸਰਸਾਈਜ਼ ਹੀ ਹੈ ਜਿਹੜੀ ਆਪਣੇ ਕੋਲ ਚੱਲ ਰਹੀ ਹੈ, ਠੀਕ ਆ। ਸਾਨੂੰ ਕਿਸੇ ਨੇ ਕਹਿਤਾ ਕਿ 4 ਪਲੇਅਰ ਆ ਜੀ ABCD, ਇਹਨਾਂ ਕੋਲ 4 ਪ੍ਰਕਾਰ ਦੇ ਕਾਰਡ ਨੇ। ਏ ਕੋਲ ਹਰ ਇੱਕ ਕੋਲ ਏਸ ਵੀ ਆ, ਕਿੰਗ ਵੀ ਆ, ਕੁਈਨ ਵੀ ਆ ਤੇ ਜੈਕ ਵੀ ਆ। ਹਰ ਇੱਕ ਕੋਲ ਇੱਕ ਬਾਦਸ਼ਾਹ ਹੈ, ਇੱਕ ਇੱਕਾ, ਗਲਤ, ਇੱਕਾ, ਇੱਕ ਬਾਦਸ਼ਾਹ, ਇੱਕ ਬੇਗਮ ਰਾਣੀ ਵਾਓ ਤੇ ਇੱਕ ਗੁਲਾਮ, ਠੀਕ ਆ। ਇਹ ਆ ਤੇ ਉਹਨਾਂ ਸਾਰਿਆਂ ਕੋਲ ਸਾਰੇ ਸੂਟ ਨੇ। ਸਪੇਡ ਬਈ ਆ ਕੀ ਲਿਖਤਾ ਪੰਜਾਬੀ ਇਹਦੀ ਕੀ ਬਣਾਤੀ, ਠੀਕ ਆ। ਚਲੋ ਫਿਲਹਾਲ ਇਹਨੂੰ ਸਪੇਡ ਨੂੰ ਸਪੇਡ ਹੀ ਲਿਖ ਲਓ। ਵੈਸੇ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹਾਰਟ ਤਾਂ ਹੋ ਗਿਆ ਪਾਣ, ਠੀਕ ਆ। ਆਪਣੇ ਕੋਲ ਡਾਇਮੰਡ ਹੋ ਗਿਆ ਇੱਟ, ਜਦ ਕਿ ਨਾਲੇ ਮੈਂ ਉਹਨੂੰ ਲਿਖ ਕੇ ਦਿੱਤਾ ਸੀ ਸਾਰਾ ਕੁਝ ਕਿ ਬਈ ਇਹਦੇ 'ਚ ਇਹਨੂੰ ਆਹ ਲਿਖੀ, ਇਹਨੂੰ ਆਹ ਲਿਖੀ, ਟਰਾਂਸਲੇਟ ਕਰਨ ਲੱਗੇ ਇਹਨੇ ਦੇਖਿਆ ਹੀ ਨਹੀਂ, ਠੀਕ ਆ। ਤੇ ਉਸ ਤੋਂ ਬਾਅਦ ਆਪਣੇ ਕੋਲ ਸਪੇਡ ਕੀ ਹੋ ਗਈ, ਚਿੜੀ, ਤੇ ਇੱਕ ਰਹਿ ਗਿਆ ਆਪਣੇ ਕੋਲ ਕਲੱਬ, ਕੀ ਹੁੰਦਾ ਉਹ, ਇੱਕ ਚਿੜੀ ਹੋ ਗਈ, ਇੱਕ ਪਾਣ ਹੋ ਗਿਆ, ਇੱਕ ਚੌਥਾ ਕਿਹੜਾ ਰਹਿ ਗਿਆ ਆਪਣੇ ਕੋਲ, ਕਲੱਬ ਨੂੰ ਕੀ ਕਹਿੰਦੇ ਆਪਾਂ, ਚਲੋ ਖੈਰ ਦਿਮਾਗ 'ਚੋਂ ਸਕਿਪ ਹੋ ਗਿਆ। ਆ ਜਾਓ ਹੁਣ ਅੱਗੇ, ਠੀਕ ਆ। ਪੰਜਾਬੀ 'ਚ ਤਾਂ ਆਹੀ ਹੈ। ਚਲੋ ਇਹਨੂੰ ਆਪਾਂ ਹੁਣ ਮੰਨ ਕੇ ਚੱਲਦੇ ਹਾਂ ਆਪਾਂ ਐਵੇਂ ਹੀ ਹੈ, ਠੀਕ ਆ। ਤਾਂ ਹੁਣ ਨੈਕਸਟ ਇਸ ਸਵਾਲ ਨੂੰ ਦੇਖੋ, ਕਹਿੰਦੇ ਏ ਕੋਲ ਜਿਹੜਾ ਉਹ ਆ ਏਸ ਆ, ਯੱਕਾ ਉਹ ਆ ਆਪਣੇ ਕੋਲ ਇੱਟ ਆ, ਇੱਟ ਦੀ ਸਪੇਡ ਆ ਤੇ ਰਾਣੀ ਉਹਦੇ ਕੋਲ ਜਿਹੜੀ ਆ ਉਹ ਇੱਟ ਦੀ ਆ, ਠੀਕ ਆ। ਮੀਨਸ ਤੁਸੀਂ ਇਹ ਮੰਨ ਕੇ ਚੱਲਿਓ ਕਿ ਕਿੰਗ ਆ ਹੁੰਦਾ ਹੈ, ਕੁਈਨ ਆ ਹੁੰਦੀ ਹੈ, ਜੈਕ ਆ ਹੁੰਦਾ ਹੈ ਤੇ ਏਸ ਆ ਹੁੰਦਾ ਹੈ, ਠੀਕ ਆ। ਇਹ ਤਾਂ ਹੋ ਗਏ ਆਪਣੇ ਕੋਲ 4 ਫੇਸ। ਉਸ ਤੋਂ ਬਾਅਦ ਜਿਹੜੇ 4 ਰੰਗ ਦੇ ਪੱਤੇ ਹੁੰਦੇ ਆ ਉਹਨਾਂ 'ਚ ਜਿਹੜਾ ਆਹ ਚੀਜ਼ ਹੁੰਦੀ ਆ, ਇਹ ਲਾਲ ਰੰਗ ਦੀ ਇੱਟ, ਇਹਨੂੰ ਆਪਾਂ ਕਹਿੰਦੇ ਆ ਹਾਰਟ। ਪੰਜਾਬੀ ਵਾਲੇ ਇਹਨੂੰ ਥੋੜਾ ਜਿਹਾ ਪੰਜਾਬੀ 'ਚ ਨੂੰ ਚਲੋ ਪ੍ਰੋਪਰ ਅਨੁਵਾਦ ਨਹੀਂ ਹੋ ਪਾਇਆ ਤਾਂ ਤੁਸੀਂ ਕਰ ਲਿਓ। ਮੈਂ ਜਦੋਂ ਕੁਐਸਚਨ ਥੱਲੇ ਸ਼ੀਟ 'ਚ ਭੇਜੂੰਗਾ ਨਾ ਤਾਂ ਪ੍ਰੋਪਰ ਇੱਟ ਵਗੈਰਾ ਸਾਰਾ ਕੁਝ ਲਿਖ ਕੇ ਭੇਜੂੰਗਾ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਠੀਕ ਆ। ਲਾਲ ਰੰਗ ਦਾ ਆਹ ਜਿਹੜਾ ਦਿਲ ਹੋ ਗਿਆ ਰੈੱਡ ਕਲਰ ਦਾ, ਇਹ ਹੋ ਗਿਆ ਪਾਨ, ਠੀਕ ਆ। ਇਹਨੂੰ ਆਪਾਂ ਇੱਟ ਕਹਿਣਾ ਹੈ। ਡਾਇਮੰਡ ਇਹਨੂੰ ਆਪਾਂ ਕਹਿਣਾ ਹਾਰਟ, ਠੀਕ ਆ। ਉਸ ਤੋਂ ਬਾਅਦ ਤੀਸਰੀ ਚੀਜ਼ ਆਪਣੇ ਕੋਲ ਆ ਗਈ ਬਲੈਕ ਕਲਰ ਦਾ, ਦੈਟ ਇਜ਼ ਸਪੇਡ। ਬਲੈਕ ਕਲਰ ਦਾ ਜਿਹੜਾ ਇਸ ਤਰੀਕੇ ਦਾ ਹੁੰਦਾ ਹੈ, ਜਿਹੜੀ ਆਹ ਚੀਜ਼ ਹੁੰਦੀ ਹੈ ਐਵੇਂ ਜਿਹਦਾ ਕੁਝ ਡਿਜ਼ਾਈਨ ਜਿਹਾ ਹੁੰਦਾ, ਦੈਟ ਇਜ਼ ਕਾਲਡ ਕਲੱਬ। ਉਹਨੂੰ ਆਪਾਂ ਕੀ ਕਹਿੰਦੇ ਆ, ਕਲੱਬ ਕਹਿੰਦੇ ਆ, ਠੀਕ ਆ। ਬਲੈਕ 'ਚ ਥੱਲੇ ਦੋਵੇਂ ਬਲੈਕ ਆ ਤੇ ਉੱਪਰਲੇ ਦੋਵੇਂ ਰੈੱਡ ਆ, ਠੀਕ ਆ। ਆ ਜਾਓ ਵੀ ਹੁਣ ਅੱਗੇ, ਕਹਿੰਦਾ ਏ ਕੋਲ ਏਸ ਆ, ਸਾਰਿਆਂ ਕੋਲ ਇੱਕ ਇੱਕ ਪ੍ਰਕਾਰ ਦਾ ਇੱਕ ਇੱਕ ਪੱਤਾ ਹੈ, ਠੀਕ ਆ। ਹੁਣ ਆਪਾਂ ਨੂੰ ਪਤਾ ਕਿ 4 ਪਲੇਅਰ ਨੇ, ਕਿਹੜੇ ਕਿਹੜੇ ਆ ਜੀ ਆਪਣੇ ਕੋਲ 4 ਪਲੇਅਰ। ਤੁਸੀਂ 4 ਪਲੇਅਰਸ ਦੇ ਨਾਮ ਲਿਖ ਲਓ। ਏ, ਦੂਜਾ ਪਲੇਅਰ ਕਿਹੜਾ ਹੈ ਆਪਣੇ ਕੋਲ, B, ਤੀਸਰਾ ਪਲੇਅਰ ਕਿਹੜਾ ਹੈ, C, ਚੌਥਾ ਪਲੇਅਰ ਕਿਹੜਾ ਹੈ, D। ਹੁਣ ਤੁਸੀਂ ਕਹੋਗੇ ਮੈਂ 4 ਪਲੇਅਰਾਂ ਦੇ ਨਾਮ ਤੇ 4 ਦੇ ਅੱਗੇ ਚਾਰੇ ਕਿਉਂ ਲਿਖ ਲਏ, ਕਿਉਂਕਿ ਸਾਰਿਆਂ ਕੋਲ ਸਾਰੇ ਪ੍ਰਕਾਰ ਦੇ ਪੱਤੇ ਆ, ਸਾਰਿਆਂ ਕੋਲ ਸਾਰੇ ਪ੍ਰਕਾਰ ਦੇ ਪੱਤੇ ਆ। ਇਹਦੇ ਕੋਲ ਵੀ ਕਲੱਬ ਦਾ ਕੋਈ ਪੱਤਾ ਹੈਗਾ ਹੈ, ਕਲੱਬ ਮਤਲਬ ਕਾਲੇ ਰੰਗ ਦੀਆਂ ਕਾਲੇ ਰੰਗ ਦਾ ਚਿੜੀ ਵਾਲਾ ਪੱਤਾ, ਠੀਕ ਆ। ਇਹ ਕਾਲੇ ਰੰਗ ਦਾ ਹੁੰਦਾ ਸਪੇਡ ਵੀ। ਇਹ ਆਪਣੇ ਕੋਲ ਅੱਗੇ ਆ ਗਿਆ ਹਾਰਟ, ਇਹਨੂੰ ਪਾਣ ਕਹਿੰਦੇ ਆ, ਲਾਲ ਰੰਗ ਦਾ ਦਿਲ। ਅੱਗੇ ਆ ਗਿਆ ਆਪਣੇ ਕੋਲ ਡਾਇਮੰਡ, ਇਹਨੂੰ ਆਪਾਂ ਪੰਜਾਬੀ 'ਚ ਇੱਟ ਕਹਿ ਦਿੰਦੇ ਆ, ਠੀਕ ਆ। ਡਾਇਮੰਡ। ਇਹਨਾਂ ਸਾਰਿਆਂ ਕੋਲ 4 ਪ੍ਰਕਾਰ ਦੇ ਪੱਤੇ ਆ ਤੇ ਪੱਤੇ ਵੀ 4 ਆ, ਠੀਕ ਆ। ਬਾਦਸ਼ਾਹ ਵੀ ਆ, ਠੀਕ ਆ, ਬੇਗਮ ਵੀ ਆ ਤੇ ਗੋਲਾ ਵੀ ਆ, ਗੁਲਾਮ ਵੀ ਆ ਤੇ ਯੱਕਾ ਵੀ ਆ, ਠੀਕ ਆ। ਕਿੰਗ, ਕੁਈਨ, ਜੈਕ ਤੇ ਏਸ, 4 ਟਾਈਪ ਦੇ ਪੱਤੇ ਆ ਉਹਨਾਂ ਕੋਲ ਆਪਣੇ, ਠੀਕ ਆ। ਇਹਨਾਂ 4 ਸ਼ੇਡਸ ਦੇ। ਹੁਣ ਕਿਹਦੇ ਕੋਲ ਕਿਹੜਾ ਪੱਤਾ ਹੈ ਉਹ ਆਪਾਂ ਚੈੱਕ ਕਰਨਾ। ਏ ਕੋਲ ਏਸ ਆ ਸਪੇਡ ਦਾ, ਮਤਲਬ ਕਿ ਸਪੇਡ ਦਾ ਯੱਕਾ ਏ ਕੋਲ ਆ, ਇਹਦੇ ਕੋਲ ਏ ਆ, ਸਮਝ ਗਏ ਨਾ ਗੱਲ, ਕਿ ਯੱਕਾ ਮਤਲਬ ਏਸ। ਤੇ ਉਹਦੇ ਕੋਲ ਨਾਲੇ ਡਾਇਮੰਡ ਦੀ ਉਹਦੇ ਕੋਲ ਕੁਈਨ ਆ, ਡਾਇਮੰਡ ਦੀ ਉਹਦੇ ਕੋਲ ਕਿਊ ਆ, ਡਾਇਮੰਡ ਦੀ ਉਹਦੇ ਕੋਲ ਕੀ ਆ ਜੀ, ਕਿਊ ਆ, ਕੁਈਨ ਆ। ਬੀ ਕੋਲ ਆ ਜਾਓ, ਬੀ ਕੋਲ ਕਲੱਬ ਦਾ ਏਸ ਆ, ਕਲੱਬ ਦਾ ਯੱਕਾ ਇਹਦੇ ਕੋਲ ਆ, ਕਲੱਬ ਦਾ ਯੱਕਾ ਇਹਦੇ ਕੋਲ ਆ ਤੇ ਡਾਇਮੰਡ ਦੀ ਇਹਦੇ ਕੋਲ ਕੀ ਆ, ਡਾਇਮੰਡ ਦਾ ਇਹਦੇ ਕੋਲ ਬਾਦਸ਼ਾਹ ਹੈ, ਡਾਇਮੰਡ ਦਾ ਇਹਦੇ ਕੋਲ ਕੀ ਆ, ਬਾਦਸ਼ਾਹ ਹੈ, ਇੱਟ ਦਾ ਬਾਦਸ਼ਾਹ ਹੈ, ਠੀਕ ਆ। ਹੁਣ ਸੀ ਕੋਲ ਆ ਜਾਓ, ਕੀ ਹਿਸਾਬ ਆ। ਸੀ ਕੋਲ ਕਲੱਬ ਦੀ ਬੇਗਮ ਆ, ਸੀ ਕੋਲ ਕਲੱਬ ਦੀ ਬੇਗਮ, ਬੇਗਮ ਮਤਲਬ ਕੁਈਨ। ਤੇ ਹੋਰ ਸੀ ਕੋਲ ਕੀ ਆ, ਸਪੇਡ ਦਾ ਉਹਦੇ ਕੋਲ ਬਾਦਸ਼ਾਹ ਹੈ, ਸਪੇਡ ਦਾ ਉਹਦੇ ਕੋਲ ਕਿੰਗ ਆ ਸਮਝ ਆ ਗਈ। ਹੁਣ ਅੱਗੇ ਆ ਜਾਓ, ਡੀ ਕੋਲ ਕਲੱਬ ਦਾ ਜੈਕ ਆ, ਗੋਲਾ ਹੈ,
डी है जिहड़ा ਉਹਦੇ ਕੋਲ क्लब ਦਾ ਗੋਲਾ है जे आ बस आही दिता है मीनस कि जो जो ਉਹਦੇ ਕੋਲ ਹੈਗਾ ਹੈ ਬਈ ਤੁਹਾਡੇ ਚੋਂ ਕਈ ਪਤਾ ਕੀ ਲਿਖ ਸਕਦੇ ਸੀਗੇ ਕਿ ਉੱਪਰ ਤਾਂ ਮੈਂ A मतलब कि एस जैक क्वीन ते किंग लिखना सी बई वो क्लब स्पेड हार्ट डायमंड थले पा देंदे मैनू कोई प्रॉब्लम नहीं मतलब कि गल समझ आ गई जो मर्जी पा लो तुहाडे कोल उवें निकल आउणा सीगा हुण आ देखो एक को की आ स्पेड दा यक्का ते डायमंड दा क्वीन बी कोल की आ क्लब दा यक्का ते डायमंड दा यानी कि इट दा बादशाह सी कोल की आ क्लब दी बेगम ते स्पेड दा बादशाह डी कोल की आ क्लब दा गोला सारे हो गए क्लीयर मीनस गोला मतलब गुलाम गुलाम मतलब जैक सारे क्लीयर है ना मैं इंग्लिश तो चलो बाला बोलने की लोड़ ही नहीं बिकॉज सारा क्लीयर ही है सामने लिखा है पंजाबी वालों थोड़ी जी दिक्कत आ वो मैं क्लीयर करती तुहानूं नाल दी नाल ही हुण दसो इत्थे आपां की आ हुण एक गल दसो सारियां कोल एक टाइप दा इक्को ही पता है जे अपने कोल क्लब दी गल करिए जैक इहदे कोल आ मतलब गोला इहदे कोल आ क्वीन इहदे कोल आ एस इहदे कोल आ तां ए कोल ओहदा किहड़ा पता होगा क्लब दा ए कोल किहड़ा होगा किंग होगा ए कोल एक मैच नहीं ना करने चाहिए हुण आ जाओ ए कोल जे क्लब दा के आ स्पेड दा ए आ डायमंड दा ओहदे कोल क्या होगा ते हार्ट दा ओहदे कोल की होगा गोला जे तुहाडे सामने ही आ ओहदे कोल इहदा की होगा अपने कोल गोला होगा क्लीयर है गल किसी नूं कोई डाउट तो नहीं इहदे च यार इधर नूं भी सारे अड अड मैच होने चाहिए इधर नूं भी सारे अड अड मैच होने चाहिए हुण आ जाओ अगे हुण इत्थे समझण दी कोशिश करदे आ इत्थे ए आ गया इत्थे की आ गया अपने कोल के आ गया ठीक है हुण ऑब्वियस जी गल आ प्लीज़ गौर करियो इत्थे जां इत्थे की आऊगा जे चलो इदां करो प्लीज़ गौर करियो मैं इत्थे जे पा दिना ताकि इत्थे जे आ जाऊगा इत्थे चौथा आ जाऊगा कोई बस दस सकदा कि इत्थे जे आ सकदा जे इत्थे जे आ गया तो इधर नूं मैच हो जाऊगा डबल इधर इधर भी क्रॉस नहीं होना चाहिए उधर भी तो जे सिर्फ इत्थे ही आऊगा मन गए गल जे इत्थे पा के देख लो तुहाडे सामने आ पैना नहीं इत्थे तो जे इत्थे आ गया जे इत्थे जे आ गया इत्थे ए इत्थे जे इत्थे के ते इत्थे की आ गया क्यों आ गल समझ आ गई फिर इत्थे क्यों ही बचिया हुण अगे आ जाओ इत्थे ए इत्थे जे इत्थे के इत्थे की आऊगा क्या आऊगा बई इत्थे की आऊगा अपने कोल क्या आऊगा हुण आ जाओ इत्थे इत्थे जे आ इत्थे के क्या आऊगा इत्थे के आ सकदा है जां इत्थे के आऊगा जां हद थल्ले के आऊगा तुसीं इदां करो इत्थे के पादा नहीं फिर इधर नूं गड़बड़ कर जाऊगा जे मैं इत्थे के पाता तो इधर नूं गड़बड़ करूगा तो के कित्थे आऊगा थल्ले आ जाऊगा जे के इत्थे आ गया तो इत्थे की आ जाऊगा अपने कोल दस सकदे कोई ए इत्थे क्या आऊगा इत्थे के है इत्थे ए है तो इत्थे की आऊगा जे क्यू के जे ते इत्थे की आऊगा ए चक्को सारे कार्ड स्ट्रैटेजिकली पूरे करते कि नहीं करते आपां मैनूं ये भी हुण तुहाडे चों किसी ने पुछ लिया जे तुहानूं रैंडमली कोई पुछ ले कि बई ये दसो बई इट दा गोला किस कोल है इट दा गोला इहदी इंग्लिश ये होगी अपने कोल कि जैक ऑफ डायमंड इज विद कि डायमंड दा जैक ऑफ डायमंड दा जैक किस कोल है डायमंड दा जैक आ रहा डायमंड दा जैक किहदे कोल आ सी कोल समझ आ गई गल इट मीनस इस तरीके नाल भावें तुहानूं जो मर्जी पुछ लैण जिवें दा मर्जी जदों तुहाडे कोल आ टेबल बन गया ना इस टेबल नूं तुसीं वीडियो देख के दोबारा फेर बना लिओ तुहाडे सामने ही आ मीनस मैं चाहुंदा कि बेशक सवाल औखे आ चाहे सौखे आ ठीक है पहली एक्सरसाइज च एक डर दूर करना है दूजी एक्सरसाइज चों तां पजलां दे सवाल ना फार्मूलिਆਂ ਦੇ बेस्ड हो जाणगे पहली एक्सरसाइज इन्नी रैंडम बनाई हुई है इन्होंने कि समझ ही नहीं आती कि औखा की है तो सौखा की उहदे च लो जी ये सारा कंसैप्ट अपने को क्लीयर आ गया पान दा गुलाम किस कोल है चिड़ी दी बेगम किस कोल है फलां 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 इस तरीके नाल अपने कोल सारे दे सारे ठीक है आ गए अपने कोल ठीक है ते उम्मीद करदा कि सारा कंसैप्ट क्लीयर हो गया होगा पंजाबी वालियां नूं एक बार फिर मैं थोड़ा जिहा क्लीयर करदा ठीक है जिवें आपां इहदे च ये लिखदे आ इंग्लिश च ते पंजाबी च ठीक है जिवें इंग्लिश च आपां लिखदे आ हार्ट पंजाबी च आपां की लिखांगे पान ठीक है ये काले रंग का हुंदा कि लाल रंग का हुंदा है पान दिल वर्गा ये कलर इहदा हुंदा है अपने कोल कलर मतलब ये किहड़े रंग का हुंदा है रैड मतलब लाल ठीक है ते साइन इहदा किहो जिहा हुंदा कुछ एवें जिहा गलत भी हो सकता हूँ मैं तुसीं बाद मैनूं करैक्ट भी कर दिओ कोई प्रॉब्लम नहीं ठीक है दूजे नंबर ते अपने कोल हुंदा इंग्लिश च डायमंड पंजाबी च इहनूं की कहने आपां
इट कहने कलर इहदा किहड़ा हुंदा है रैड आ चीज़ अपने कोल अगे अपने कोल हुंदा है इंग्लिश दे विच हुंदा है अपने कोल आई थिंक स्पेड इनू कहंदे आ हुक्म कलर किहड़ा हुंदा है ब्लैक एवें जिहा ही हुंदा बस पर ब्लैक कलर दा हुंदा है ठीक है। उस तो बाद अगे अपने कोल हुंदा क्लब चिड़ी कहंदे इनू ठीक है हुंदी किहड़े कलर दी आ ब्लैक कलर दी है तो एवें जे कुछ एवें जे शायद हुंदा है ठीक है ब्लैक कलर दी चिड़ी ठीक है आ चीज़ है सारे निशान पता लग गए कि किन्नू की कहंदे आ ते जे आपां गल करिए इधरों भी देख लीए ए नूं आपां कहने आ एस ते पंजाबी वाले कहंदे आ इट जे नूं कहंदे आ जैक ये कहंदे आ गुलाम जां गोला इनू क्या क्वीन इनू कहंदे आ बेगम इनू के नूं कहंदे आ किंग ये कहंदे आ बादशाह ठीक है। आ चार फेस हुंदे आ मतलब इस टाइप के चार फेस आ उन्हां दे नाम आ वैसे तो दुक्की तिक्की चौकी पंजी छिक्की ये तो 9 तक तो हुंदे ही हुंदे आ पर जिहड़ा एक हुंदा उहदी जगह ते ए हुंदा है 11 की जगह ते 11 हुंदी है जैक की वैल्यू 12 हुंदी है क्वीन की वैल्यू ते 13 हुंदी है बादशाह यानी कि किंग की वैल्यू। इंग्लिश ते पंजाबी जे किसी ने जे कभी भी इस तरीके के सवाल करने भी होए तो कन्फ्यूजन हो ही जाती है इस करके इनू नोट ही कर लोगे तो ज़्यादा वधिया है ठीक है। इनू नोट करने का मतलब सिर्फ ये है कि कल नूं प्रोबेबिलिटी दे विच भी कन्फ्यूज हो जाओगे जिहड़े पंजाबी च करदे आ प्रोबेबिलिटी आ जाओ अगे आ जाओ क्लीयर है कंसैप्ट सारिਆਂ ਦਾ ठीक है। उम्मीद करदा कि सारिਆਂ ਨੂੰ चंगी तरह समझ आ गया होगा जे समझ आ गया तो हुण चलदे आपां अगले सवाल ते ठीक है। सवाल की कहता है पहला ध्यान नाल समझियो ए बी सी डी ई अते एफ 6 जाने आ ठीक है ए बी सी डी ई अते एफ 6 जाने अपने कोल हुण इन्हां 6 जाणिਆਂ ਦੀ राम कहानी पढ़ो इन्हां चों कहंदे 3 औरतां ने फीमेल मैंबरस आ वर्ड कित्थे आ गया मी 3 औरतां ने 3 फीमेल मैंबरस ने फीमेल वर्क इन 3 डिपार्टमेंट्स औरतां 3 महकमे च काम करदियां अकाउंट एडमिन ते परसोनल औरतां 3 महकमे च काम करदियां अकाउंट एडमिन ते परसोनल अते तिन्ने वक्खरे वक्खरे डिपार्ट उत्ते बैठियां फ्लोर्स ते मतलब कि औरतां नूं ना तां एक डिपार्टमेंट दिता गया है कि एक नूं जे अकाउंट दिता दूजी नूं एडमिन ते तीजी नूं परसोनल ते दूजी गल उन्हां नूं फ्लोर भी सेम नहीं दिता एक जे पहले फ्लोर ते दूजी दूजे फ्लोर ते ते तीसरी तीसरे फ्लोर ते आ ਜਿਹੜੇ ਬੰਦੇ सेम महकमे च काम करते हैं वो सेम फ्लोर ते नहीं हैगे ये भी गल लिखी हुई है कि सेम महकमे च काम करने वाले बंदे सेम फ्लोर ते काम नहीं करते इक्को मंजिल ते काम नहीं करते हर मंजिल ते 2-2 बंदे काम करते हैं ये भी लिखी हुई है गल अगली पढ़ ली ना सारी जानकारी तो इस जानकारी तो सानू इन्ना तो समझ आ गया तो अगली गल आ गई कि 2 औरतां इक्को महकमे च काम नहीं करदियां ते ना ही सेम फ्लोर ते काम करदियां ठीक है। 2 औरतां ना तो एक महकमे च काम करदियां ते ना ही इक्को फ्लोर ते काम करदियां बस पहला इन्नी की जानकारी दे नाल ही आपां अपना सवाल शुरू करिए हुण ए बी सी डी ई आ जाओ हुण अगे ये अपने को आ गया ए बी सी डी ई ते एफ पहली जानकारी मेल फीमेल फ्लोर किहड़ा है तो तीजी जानकारी अपने को समझ आ गई ना 3 जानकारियां चाहिए कि महकमा किहड़ा है तो फ्लोर किहड़ा है तो मेल फीमेल कौन आ जाओ भी सब तो पहला बाकी जानकारी आप उपर चक्कांगे हजे दोबारा फिर पहला सीधी सीधी डी एडमिन च काम करता नहीं बी ते ई सेम महकमे च बी प्लस ई दा जिहड़ा डिपार्टमेंट आ वो सेम आ भाई याद रखियो बी प्लस ई दा महकमा सेम आ वो ठीक है बी प्लस ई दा महकमा सेम आ पर परसोनल नहीं गा ये भी सुनो बी प्लस ई दा महकमा जिहड़ा है ना वो जां तां एडमिन आ ते जां अकाउंट आ बी ते ई दा महकमा जां एडमिन आ ते जां की आ अकाउंट आ डी वर्क इन एडमिन डी एडमिन च काम करता है डी एडमिन च काम करता है ई ते ए फस्ट ते थर्ड फ्लोर ते काम करते हैं रिस्पैक्टिवली कर्मवार का मतलब आ ई फस्ट ते ए थर्ड ते आ चक्को ई फस्ट फ्लोर ते काम करता है तो ए थर्ड फ्लोर ते काम करता है ए थर्ड फ्लोर ते काम करता है ठीक है ई फस्ट ते ए थर्ड ते काम करता है तो वर्क इन सेम डिपार्टमेंट आ चक्को ई ते ए दा डिपार्टमेंट सेम आ ई ते ए दा सेम डिपार्टमेंट ई ते ए दा सेम डिपार्टमेंट आ ठीक है। प्लीज़ गौर करो वो प्लीज़ एक बारी फोकस करो आ देखो ई ते ए दा महकमा सेम आ ई ते ए दा महकमा सेम जे ई ते ए दा डिपार्टमेंट सेम आ उपरों कहता बी ते ई दा भी महकमा सेम आ ਇਹਦਾ मतलब इत्थों एक गल निकल के तुहानूं सामने आई है भला कि बी ई ते ए दा सेम डिपार्टमेंट आ
BE ਤੇ A ਦਾ ਕਿਹੜਾ ਮਹਿਕਮਾ ਹੈ? ਸੇਮ ਡਿਪਾਰਟਮੈਂਟ ਆ, ਬਿਕੋਜ਼ ਇੱਕ ਪਾਸੇ ਕਹਿ ਰਹੇ ਹੋ B ਤੇ E ਦਾ ਮਹਿਕਮਾ ਸੇਮ ਆ, ਇੱਕ ਪਾਸੇ ਕਹਿ ਰਹੇ ਹੋ E ਦਾ ਤੇ A ਦਾ ਮਹਿਕਮਾ ਸੇਮ ਆ, ਇਹਦਾ ਮਤਲਬ BE A ਦਾ ਮਹਿਕਮਾ ਸੇਮ ਆ। ਪਰ BE ਤੇ A ਦਾ ਮਹਿਕਮਾ ਜਾਂ ਐਡਮਿਨ ਆ ਤੇ ਜਾਂ ਕਿਹੜਾ ਅਕਾਊਂਟ ਆ, ਠੀਕ ਆ। ਜੇ ਤੁਸੀਂ BE A ਦਾ ਤਿੰਨਾਂ ਦਾ ਮਹਿਕਮਾ ਸੇਮ ਕਰਤਾ, ਜੇ ਤੁਸੀਂ BE ਤੇ A, ਜੇਕਰ ਤੁਸੀਂ BE ਤੇ A ਤਿੰਨਾਂ ਦਾ ਮਹਿਕਮਾ ਸੇਮ ਕਰਤਾ ਤੇ ਤੁਸੀਂ ਰੱਖਣਾ ਵੀ ਜਾਂ ਐਡਮਿਨ ਆ ਜਾਂ ਅਕਾਊਂਟ ਆ, ਤੇ ਰੱਬ ਨਾ ਕਰੇ ਤੁਸੀਂ ਐਡਮਿਨ ਰੱਖਤਾ, ਐਡਮਿਨ 'ਚ ਤਾਂ ਪਹਿਲਾਂ ਹੀ D ਬੈਠਾ ਹੈ, ਤੇ ਜੇ D ਬੈਠਾ ਹੈ ਐਡਮਿਨ 'ਚ ਤੇ D ਦੇ ਨਾਲ ਤਿੰਨ ਹੋਰ ਆ ਗਏ BE A, ਤਾਂ ਐਡਮਿਨ 'ਚ ਕਿੰਨੇ ਬੰਦੇ ਹੋ ਗਏ? 4। ਫਲੋਰ ਕਿੰਨੇ ਆ? 3। 3 ਇੱਕ ਜਗ੍ਹਾ ਤੇ, 3 ਤਾਂ ਤਿੰਨਾਂ ਫਲੋਰਾਂ ਤੇ ਫਿੱਟ ਕਰਤੇ, ਜਿਹੜਾ ਚੌਥਾ ਹੋਊਗਾ ਉਹਨੂੰ ਕਿਸੇ ਹੋਰ ਨਾਲ ਫਿੱਟ ਕਰਨਾ ਪਊਗਾ। ਇਟ ਮੀਨਸ ਇਹ ਐਡਮਿਨ 'ਚ ਤਾਂ ਜਾ ਹੀ ਨਹੀਂ ਸਕਦੇ ਯਾਰ। ਵੱਧ ਤੋਂ ਵੱਧ ਇੱਕ ਮਹਿਕਮੇ 'ਚ ਕਿੰਨੇ ਬੰਦੇ ਕੰਮ ਕਰ ਸਕਦੇ ਆ? 3, ਕਿਉਂਕਿ ਜੇ ਵੱਖੋ ਵੱਖ ਫਲੋਰਾਂ ਦੇ ਬਿਠਾਉਣੇ ਆ ਤਾਂ ਇੱਕ ਮਹਿਕਮੇ 'ਚ 3 ਹੀ। ਜੇ ਉਹਨਾਂ ਨੇ ਕਿਹਾ ਹੈ ਕਿ E ਤੇ A ਦਾ ਸੇਮ ਆ, B ਤੇ E ਦਾ ਸੇਮ ਆ, ਇਹਦਾ ਮਤਲਬ BE A ਦਾ ਐਡਮਿਨ ਸੇਮ ਆ, ਪਰ ਉੱਪਰ ਇਹ ਵੀ ਲਿਖਤਾ ਸੀ ਕਿ ਪਰਸੋਨਲ ਨਹੀਂਗਾ, ਇਹਦਾ ਮਤਲਬ ਜੇ ਐਡਮਿਨ ਆ ਜਾਂ ਅਕਾਊਂਟ ਆ, ਤੇ ਮੈਂ ਐਡਮਿਨ ਤੇ ਅਕਾਊਂਟ 'ਚੋਂ ਕਿਹੜਾ ਖਾਰਜ ਕਰਤਾ ਭਲਾ? ਐਡਮਿਨ ਖਾਰਜ ਕਰਤਾ, ਇਹਦਾ ਮਤਲਬ BE ਤੇ A ਇੱਕੋ ਝਟਕੇ 'ਚ ਰਿਜ਼ਲਟ ਨਿਕਲ ਕੇ ਆ ਗਿਆ। BE ਤੇ A ਡਿਪਾਰਟਮੈਂਟ ਕਿਹੜਾ ਹੈ? ਅਕਾਊਂਟ। ਬਈ BE A ਡਿਪਾਰਟਮੈਂਟ ਕਿਹੜਾ ਨਿਕਲ ਕੇ ਆ ਗਿਆ ਆਪਣੇ ਕੋਲ? ਅਕਾਊਂਟ ਨਿਕਲ ਕੇ ਆ ਗਿਆ। ਇੱਥੋਂ ਤੱਕ ਦਾ ਆਪਾਂ ਨੂੰ ਕਹਾਣੀ ਦਾ ਹੱਲ ਨਿਕਲ ਗਿਆ। ਹੁਣ ਅੱਗੇ ਆ ਜਾਓ। C ਅ ਮੈਨ, C ਇੱਕ ਮੇਲ ਆ, C ਇੱਕ ਮੇਲ ਆ, ਇਹਦੇ ਬਾਰੇ ਇੰਨਾ ਤਾਂ ਪਤਾ ਲੱਗ ਗਿਆ ਕਿ C ਇਜ਼ ਮੇਲ। ਤੇ ਵਰਕਸ ਔਨ ਕਿਹੜੇ ਫਲੋਰ ਹੈ? ਆ ਰਿਹਾ ਜੀ, ਇਹ ਫਸਟ ਫਲੋਰ ਤੇ ਕੰਮ ਕਰਦਾ ਹੈ, ਠੀਕ ਆ। D ਅ ਲੇਡੀ ਡਜ਼ ਨੋਟ ਵਰਕ ਔਨ ਸੈਕੰਡ ਫਲੋਰ, D ਇੱਕ ਫੀਮੇਲ ਆ, ਇਹ ਵੀ ਪਤਾ ਲੱਗ ਗਿਆ, D ਇਜ਼ ਫੀਮੇਲ ਐਂਡ ਨਾਈਦਰ ਵਰਕ ਔਨ ਕਿਹੜਾ ਫਲੋਰ? ਸੈਕੰਡ। ਉਹ ਭਾਈ ਇੱਕ ਗੱਲ ਦੱਸੋ, D ਸੈਕੰਡ ਤੇ ਕੰਮ ਕਰਦੀ ਨਹੀਂ, D ਸੈਕੰਡ ਤੇ ਨਹੀਂ ਕੰਮ ਕਰਦੀ, ਤਾਂ D ਕਿਹੜੇ ਫਲੋਰ ਤੇ ਕੰਮ ਕਰੂਗੀ ਫਿਰ? ਫਸਟ ਜਾਂ ਥਰਡ ਤੇ। ਪਰ ਮੈਂ ਕਹਿੰਦਾ ਥਰਡ ਤੇ, ਵਜ੍ਹਾ ਪਤਾ ਕੀ ਆ? ਗੌਰ ਕਰੋ, ਇੱਥੇ ਥਰਡ ਨਹੀਂ ਲਿਖਿਆ। ਫਸਟ ਤੇ ਪਹਿਲਾਂ ਹੀ ਕਿੰਨੇ ਬੰਦੇ ਪੂਰੇ ਹੋਏ ਆ? 2। ਤੇ ਇੱਕ ਫਲੋਰ ਤੇ 2 ਬੰਦੇ ਤਾਂ ਕੰਮ ਕਰਦੇ ਆ। ਉਹ ਇੱਕ ਫਲੋਰ ਤੇ 2 ਹੀ ਜਾਣੇ ਕੰਮ ਕਰਨਗੇ? ਓਏ ਇੱਕ ਫਲੋਰ ਤੇ 2 ਹੀ ਜਾਣੇ ਕੰਮ ਕਰਦੇ ਆ। ਆਹ ਦੇਖੋ ਸਾਫ਼ ਲਿਖਿਆ ਹੋਇਆ ਉਹਨਾਂ ਨੇ, ਆ ਰਿਹਾ ਇੱਥੇ ਕਿੱਥੇ ਆ? ਅਕਾਊਂਟ ਐਡਮਿਨ ਤੇ ਆ 3 ਫਲੋਰ ਨੇ, ਫਸਟ ਸੈਕੰਡ 2, ਹਰ ਫਲੋਰ ਤੇ 2 ਬੰਦੇ ਕੰਮ ਕਰਦੇ ਆ, ਲਿਖਿਆ ਹੋਇਆ ਨਾ। ਇਹਦਾ ਮਤਲਬ ਜੇ ਫਸਟ ਫਲੋਰ ਤੇ ਪਹਿਲਾਂ ਹੀ C ਤੇ E ਦੀ ਬੁਕਿੰਗ ਸੀਗੀ ਤਾਂ D ਵਾਸਤੇ ਕਿਹੜਾ ਬਚਿਆ? ਥਰਡ, ਬਿਕੋਜ਼ ਸੈਕੰਡ ਤੇ ਉਹ ਕੰਮ ਨਹੀਂ ਕਰਦੀ, D ਦਾ ਥਰਡ। ਆ 2 ਬਚ ਗਏ। ਇੱਥੇ ਕੀ ਲਿਖਾਂਗੇ ਆਪਾਂ? ਸੈਕੰਡ ਤੇ ਸੈਕੰਡ, ਠੀਕ ਆ। ਹੁਣ ਅੱਗੇ ਆ ਜਾਓ। ਥਰਡ ਫਲੋਰ ਤੇ ਕੰਮ ਕਰਨ ਵਾਲੀ ਇੱਕ ਫੀਮੇਲ ਆ, ਤਾਂ ਥਰਡ ਫਲੋਰ ਤੇ ਕੰਮ ਕਰਨ ਵਾਲਾ ਦੂਜਾ ਕੌਣ ਹੋਊਗਾ ਭਲਾ? ਮੇਲ ਹੋਊਗਾ ਹੀ ਹੋਊਗਾ, ਸ਼ੋਰ ਹੈ ਗੱਲ। ਥਰਡ ਫਲੋਰ ਤੇ ਕੰਮ ਕਰਨ ਵਾਲਾ ਦੂਜਾ ਬੰਦਾ ਕੀ ਹੋਊਗਾ? ਮੇਲ ਹੋਊਗਾ ਹੀ ਹੋਊਗਾ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਉਹ ਕਲੀਅਰ ਹੈ ਕਨਸੈਪਟ। ਹੁਣ ਅੱਗੇ ਆ ਜਾਓ, ਹਜੇ ਤਾਂ ਬਹੁਤ ਕੁਝ ਪਿਆ ਹੈ ਤੇ ਹਜੇ ਆਪਾਂ ਬਹੁਤ ਕੁਝ ਛੱਡ ਕੇ ਵੀ ਆਏ ਹੋਏ ਆ। ਹੁਣ ਇਹਦਾ ਇਲਾਜ ਕਰੋ। ਔਰਤਾਂ ਜਿਹੜੀਆਂ ਨੇ, ਕਹਿੰਦਾ 3 ਫੀਮੇਲ ਨੇ, ਇਹਨਾਂ 'ਚੋਂ ਕਿੰਨੀਆਂ ਫੀਮੇਲ ਨੇ? 3। ਆ ਜਾਓ ਵੀ ਇਹ ਵੀ ਭਰਿਆ ਜਾ ਸਕਦਾ ਹੈ। ਫਸਟ ਤੇ ਇੱਕ ਫੀਮੇਲ ਆ, ਤੇ ਇੱਕ ਕੌਣ ਹੋਊਗਾ ਫਸਟ ਤੇ? ਫੀਮੇਲ। ਫਸਟ ਤੇ ਕੰਮ ਕਰਨ ਵਾਲੀ ਦੂਜੀ ਫੀਮੇਲ ਹੋਊਗੀ ਬਈ। ਹਰ ਇੱਕ ਮਹਿਕਮੇ 3 ਔਰਤਾਂ ਨੇ ਉਹਨਾਂ 'ਚੋਂ, ਠੀਕ ਆ। ਫਸਟ ਤੇ ਕੰਮ ਕਰਨ ਵਾਲਾ ਇੱਕ ਮੇਲ ਆ ਤੇ ਦੂਜਾ ਫਸਟ ਤੇ ਕੰਮ ਕਰਨ ਵਾਲੀ ਕੀ ਹੋਊਗੀ ਭਲਾ? ਫੀਮੇਲ। ਅੱਗੇ ਆ ਜਾਓ ਫਿਰ। ਹੁਣ ਅੱਗੇ ਇੱਕ ਵਹਿਮ ਹੋਰ ਕਲੀਅਰ ਕਰੀਏ। ਇੱਕ ਮਹਿਕਮੇ ਦੇ ਵਿੱਚ, ਇੱਕ ਡਿਪਾਰਟਮੈਂਟ ਦੇ ਵਿੱਚ ਇੱਕ ਕੁੜੀ ਪੱਕੀ ਹੈ, ਇੱਕ ਡਿਪਾਰਟਮੈਂਟ ਦੇ ਵਿੱਚ ਇੱਕ ਕੁੜੀ ਪੱਕੀ ਹੈ, ਅਕਾਊਂਟ ਦੇ ਵਿੱਚ ਇੱਕ ਕੁੜੀ ਆ ਗਈ ਹੈ। ਕੋਈ ਇੱਕ ਮਹਿਕਮੇ ਦੇ ਵਿੱਚ ਜਾਂ ਇੱਕ ਮਹਿਕਮੇ 'ਚ 2 ਕੁੜੀਆਂ ਕੰਮ ਨਹੀਂ ਕਰਦੀਆਂ। ਅਕਾਊਂਟ ਦੇ ਵਿੱਚ ਇੱਕ ਕੁੜੀ ਆ ਗਈ ਆ, ਇਹ ਕਨਫਰਮ ਹੋ ਗਿਆ ਆਪਣੇ ਕੋਲ, ਠੀਕ ਆ। ਅਕਾਊਂਟ 'ਚ ਇੱਕ ਕੁੜੀ ਆ ਗਈ ਆਪਣੇ ਕੋਲ, ਆਹ ਬੰਦਾ ਮੇਲ ਆ। ਇਹਦਾ ਮਤਲਬ ਸਾਡੇ ਕੋਲ ਇੱਕ ਕੁੜੀ ਰਹਿ ਗਈ ਹੈ, ਜਿਹੜੀ ਦਾ ਹਜੇ ਆਪਾਂ ਨੂੰ ਸਿਸਟਮ ਸਮਝ ਨਹੀਂ ਆ ਰਿਹਾ ਕਿ ਆਪਾਂ ਨੂੰ ਇਹ ਸਮਝ ਆ ਗਈ ਕਿ ਸੈਕੰਡ ਫਲੋਰ ਤੇ ਕੰਮ ਕਰਨ ਵਾਲਾ। ਹੁਣ ਗੌਰ ਕਰਿਓ, ਫਸਟ ਫਲੋਰ ਤੇ ਇੱਕ ਬੰਦਾ ਅਕਾਊਂਟ ਦਾ ਬਿਠਾਤਾ, ਸੈਕੰਡ ਫਲੋਰ ਤੇ ਇੱਕ ਬੰਦਾ ਅਕਾਊਂਟ ਦਾ ਬੈਠ ਗਿਆ, ਫਸਟ ਤੇ ਵੀ ਇੱਕ ਅਕਾਊਂਟ ਦਾ ਬਹਿ ਗਿਆ, ਸੈਕੰਡ ਤੇ ਵੀ ਇੱਕ ਅਕਾਊਂਟ ਦਾ ਬਹਿ ਗਿਆ, ਥਰਡ ਤੇ ਵੀ ਇੱਕ ਅਕਾਊਂਟ ਦਾ ਬਹਿ ਗਿਆ। ਅਕਾਊਂਟ ਵਾਲੇ 3 ਬੰਦੇ ਸੀਗੇ, ਇੱਕ ਫਸਟ ਤੇ ਬੈਠ ਗਿਆ, ਇੱਕ ਸੈਕੰਡ ਤੇ ਬੈਠ ਗਿਆ, ਇੱਕ ਕਿਹਦੇ ਤੇ ਬਹਿ ਗਿਆ? ਥਰਡ ਤੇ ਬੈਠ ਗਿਆ। ਐਡਮਿਨ ਵਾਲੇ, ਐਡਮਿਨ ਵਾਲਾ ਇੱਕ ਕਿਹੜੇ ਤੇ ਬਹਿ ਗਿਆ ਆਪਣੇ ਕੋਲ? ਫੀਮੇਲ, ਥਰਡ ਤੇ। ਹੁਣ ਇੱਕ ਗੱਲ ਹੋਰ, ਉਹਨਾਂ ਨੇ ਕਿਹਾ 3 ਔਰਤਾਂ ਨੇ, ਤਿੰਨੇ ਵੱਖੋ ਵੱਖ ਮਹਿਕਮਿਆਂ 'ਚ ਕੰਮ ਕਰਦੀਆਂ। ਹੁਣ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ? ਇੱਕ ਔਰਤ ਆ, ਦੂਜੀ ਔਰਤ ਆ, ਠੀਕ ਆ।
ਤੀਸਰੀ ਔਰਤ ਜਿਹੜੀ ਆ ਉਹ ਪਰਸੋਨਲ 'ਚ ਹੋਣੀ ਚਾਹੀਦੀ ਹੈ। ਮੰਨਦੇ ਹੋ ਗੱਲ ਯਾਰ? 3 ਮਹਿਕਮਿਆਂ 'ਚ ਵੱਖੋ-ਵੱਖ ਔਰਤਾਂ ਕੰਮ ਕਰਦੀਆਂ। ਮੈਂ ਇਸ ਔਰਤ ਨੂੰ ਫੀਮੇਲ ਲਿਖਾਂ ਕਿ ਇਹਨੂੰ ਫੀਮੇਲ ਲਿਖਾਂ? ਜੇ ਇਹਨੂੰ ਮੈਂ ਫੀਮੇਲ ਲਿਖਦਾ ਮੈਂ ਲਿਖ ਵੀ ਸਕਦਾ ਇਹਨੂੰ ਵੀ ਫੀਮੇਲ, ਬਿਕੋਜ਼ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ 'ਚ ਔਰਤ ਕਿਹਨੂੰ ਲਿਖਾਂ। ਜੇ ਮੈਂ ਇਹਨੂੰ ਫੀਮੇਲ ਲਿਖਦਾ ਤਾਂ ਅਕਾਊਂਟ ਦੇ ਵਿੱਚ ਕਿੰਨੀਆਂ ਔਰਤਾਂ ਹੋ ਜਾਣਗੀਆਂ? ਇੱਕ ਆ ਤੇ ਇੱਕ ਆ, ਗਲਤ ਹੋ ਜਾਊਗਾ। ਇਟ ਮੀਨਸ ਉਹਨੂੰ ਤਾਂ ਮੈਂ ਫੀਮੇਲ ਲਿਖ ਹੀ ਨਹੀਂ ਸਕਦਾ, ਇਹਨੂੰ ਮੈਂ ਫੀਮੇਲ ਲਿਖੂੰਗਾ ਤਾਂ ਇਹਨੂੰ ਕੀ ਲਿਖੂੰਗਾ ਫਿਰ ਮੈਂ? ਮੇਲ, ਬਿਕੋਜ਼ ਇਹਨੂੰ ਮੈਂ ਮੇਲ ਤਾਂ ਲਿਖੂੰਗਾ ਕਿਉਂਕਿ ਉਹਨਾਂ ਨੇ ਲਿਖਿਆ ਕਿ 3 ਹੀ ਔਰਤਾਂ ਨੇ, 3 ਔਰਤਾਂ ਤੋਂ ਬਿਨਾਂ 3 ਮਰਦ ਆ। ਜਿਹੜੀ ਤੀਜੀ ਔਰਤ ਆ ਇਹਦੇ ਬਾਰੇ ਸ਼ੋਰ ਆ ਕਿ ਤੁਸੀਂ ਉਹ ਕਿਹੜੇ ਮਹਿਕਮੇ 'ਚ ਕੰਮ ਕਰਦੀ ਹੈ? ਫਿਰ ਪਰਸੋਨਲ 'ਚ ਤਾਂ ਬਿਠਾਉਣਾ ਹੀ ਪੈਣਾ। ਇੱਕ ਬੰਦਾ ਤਾਂ ਪਰਸੋਨਲ 'ਚ ਬਿਠਾਉਣਾ ਹੀ ਬਿਠਾਉਣਾ ਹੈ ਨਾ, ਬਿਕੋਜ਼ ਤਿੰਨਾਂ ਮਹਿਕਮਿਆਂ 'ਚ ਇੱਕ ਔਰਤ ਕੰਮ ਕਰਦੀ ਹੈ। ਤੁਸੀਂ ਕਹੋਗੇ ਕਿੱਥੇ ਲਿਖਿਆ ਇਹ ਗੱਲ? ਕਿ ਆਹ ਲਿਖਿਆ ਹੋਇਆ no two ladies work in same department or on the same floor, ਠੀਕ ਆ। ਤੇ ਇੱਥੇ ਲਿਖਿਆ ਹੋਇਆ ਹੈ ਕਿ ਫੀਮੇਲ ਵਰਕ ਇਨ 3 ਡਿਪਾਰਟਮੈਂਟਸ, ਅਕਾਊਂਟ, ਫਲਾ ਐਂਡ ਫਲਾ, ਠੀਕ ਆ। ਔਰਤਾਂ ਤਿੰਨਾਂ ਹੀ ਮਹਿਕਮਿਆਂ 'ਚ ਕੰਮ ਕਰਦੀਆਂ। ਆ ਗੱਲ ਸਮਝ ਆ ਗਈ ਇਹ ਚੀਜ਼? ਹੁਣ ਰੌਲਾ ਰਹਿ ਗਿਆ ਕਿ ਸੀ ਇੱਕ ਮੇਲ ਆ, ਸੀ ਕੀ ਹੋ ਸਕਦਾ ਹੈ ਆਪਣੇ ਕੋਲ? ਸੀ ਅਕਾਊਂਟ ਤਾਂ ਹੋ ਨਹੀਂ ਸਕਦਾ, ਸੀ ਅਕਾਊਂਟ ਹੋ ਸਕਦਾ ਹੈ। ਉਹਨਾਂ ਨੇ ਕਿੱਥੇ ਲਿਖਿਆ ਹੈ ਕਿ ਮਰਦ ਕਿੰਨੇ ਮਹਿਕਮਿਆਂ 'ਚ ਕੰਮ ਕਰਦੇ ਆ? ਮਰਦਾਂ ਬਾਰੇ ਤਾਂ ਕੋਈ ਜਾਣਕਾਰੀ ਨਹੀਂ। ਔਰਤਾਂ ਜ਼ਰੂਰ ਲਿਖਿਆ ਸੀ ਕਿ 3 ਮਹਿਕਮਿਆਂ 'ਚ ਕੰਮ ਕਰਦੀਆਂ, ਮੈਂ 3 ਮਹਿਕਮਿਆਂ 'ਚ ਔਰਤ ਫਿੱਟ ਕਰਤੀ। ਮੈਂ ਮਰਦਾਂ ਬਾਰੇ ਕੋਈ ਜਾਣਕਾਰੀ ਨਹੀਂ ਕਿ ਮੇਲ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਕਿ ਉਹਨਾਂ ਕੋਲ। ਪਰ ਮੈਂ ਇੱਥੇ ਮੈਨੂੰ ਸੀ ਦਾ ਪਤਾ ਨਹੀਂ ਲੱਗ ਰਿਹਾ ਕਿ ਸੀ ਕੀ ਆ, ਕਿ ਸੀ ਕਿਹੜੇ ਮਹਿਕਮੇ 'ਚ ਹੋ ਸਕਦਾ ਹੈ। ਤੁਸੀਂ ਇੱਕ ਗੱਲ ਯਾਦ ਰੱਖਿਓ, ਸੀ ਨੂੰ ਤੁਸੀਂ ਅਕਾਊਂਟਸ ਦੇ ਸਕਦੇ ਹੋ। ਸੀ ਨੂੰ ਕੀ ਤੁਸੀਂ ਅਕਾਊਂਟਸ ਦੇ ਸਕਦੇ ਹੋ? ਵਜ੍ਹਾ ਅਕਾਊਂਟਸ 'ਚ ਪਹਿਲਾਂ ਹੀ 3 ਜਾਣੇ ਆ, ਤੇ ਜੇ ਅਕਾਊਂਟ ਇਹਨੂੰ ਦੇਤਾ ਤਾਂ ਚੌਥਾ ਬੰਦਾ ਹੋ ਗਿਆ। ਇਹ ਕਿਹੜੀ ਮੰਜ਼ਲ ਤੇ ਬੈਠੂਗਾ? ਸਵਾਲ ਖਤਮ। ਇਟ ਮੀਨਸ ਇਹਨੂੰ ਆਪਾਂ 2 ਮਹਿਕਮਿਆਂ 'ਚੋਂ ਇੱਕ ਮਹਿਕਮਾ ਦੇ ਸਕਦੇ ਹਾਂ, ਜਾਂ ਐਡਮਿਨ ਦੇ ਸਕਦੇ ਹਾਂ, ਜਾਂ ਕਿਹੜਾ ਦੇ ਸਕਦੇ ਹਾਂ? ਪਰਸੋਨਲ। ਚੈੱਕ ਕਰ ਲਓ ਕਿਤੇ ਐਡਮਿਨ ਜਾਂ ਪਰਸੋਨਲ ਦਿੰਦੇ ਹੋਏ ਵੀ ਕੋਈ ਆਪਸ਼ਨ ਕੋਈ ਗੱਲ ਕੰਟਰਾਡਿਕਟ ਨਹੀਂ ਕਰ ਰਹੀ ਕਿ ਕਿਤੇ ਇਹਨਾਂ 'ਚ ਕੋਈ ਚੱਕਰ ਪੈਂਦਾ ਹੋਵੇ। ਨਹੀਂ ਪੈ ਰਿਹਾ, ਠੀਕ ਆ। ਇਟ ਮੀਨਸ ਸੀ ਬਾਰੇ ਨਹੀਂ ਸੀ ਪਤਾ। ਆਹ ਚੱਕੋ ਜੀ ਆਪਣੇ ਕੋਲ ਪੂਰਾ ਟੇਬਲ। ਇਸ ਟੇਬਲ ਦੇ ਆਧਾਰ ਤੇ ਅਸੀਂ ਉਹ ਸਾਰੇ ਸਵਾਲ ਹੱਲ ਕਰਾਂਗੇ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ ਆ। ਕਹਿੰਦੇ ਇਹਨਾਂ 'ਚੋਂ ਕੌਣ ਫੀਮੇਲ ਦਾ ਗਰੁੱਪ ਆ? ਫੀਮੇਲ ਕਿਹੜੇ ਆ ਜੀ? EDEF। ਫੀਮੇਲਸ ਦਾ ਗਰੁੱਪ ਕਿਹੜਾ ਹੈ? ਕਿਹੜਾ ਸਮੂਹ ਔਰਤਾਂ ਦਾ ਹੈ? DEF। ਚਲਿਏ ਆਪਾਂ ਅੱਗੇ। ਅਗਲਾ ਸਵਾਲ ਕਹਿੰਦਾ ਕਿਹੜਾ ਪੇਅਰ ਆ ਜਿਹੜਾ ਸੈਕੰਡ ਫਲੋਰ ਤੇ ਕੰਮ ਕਰ ਰਿਹਾ ਹੈ? ਸੈਕੰਡ ਫਲੋਰ ਤੇ B ਐਂਡ F। ਉਹ ਸੈਕੰਡ ਫਲੋਰ ਤੇ ਕਿਹੜਾ ਕੰਮ ਕਰਦਾ ਹੈ? B ਐਂਡ F, C ਆਪਸ਼ਨ। ਕਿਹੜਾ ਹੈ ਜਿਹੜਾ ਐਡਮਿਨ 'ਚ ਕੰਮ ਕਰਦਾ ਹੈ? ਐਡਮਿਨ 'ਚ ਕੰਮ ਕਰਨ ਵਾਲੇ ਦੱਸੋ ਕਿਹੜੇ ਆ ਐਡਮਿਨ 'ਚ? D ਤੇ ਨਾਲ C ਹੈਗਾ ਕਿ ਨਹੀਂ? ਰੌਲਾ ਪੈ ਗਿਆ। ਇਹਦਾ ਮਤਲਬ ਇਸ ਸਵਾਲ ਦਾ ਸਹੀ ਜਵਾਬ ਕੀ ਹੋਊਗਾ ਭਲਾ? ਕਿਹੜਾ ਐਡਮਿਨ 'ਚ ਕੰਮ ਕਰਦਾ ਹੈ? ਡਾਟਾ ਇਨਐਡੂਕੇਟ। ਨਾ ਡਾਟਾ ਨਾ ਕਾਫੀ ਹੈ। ਇਟ ਮੀਨਸ ਇਸ ਆਪਸ਼ਨ ਦੀ ਵੈਲਿਊ ਸਮਝ ਆ ਗਈ ਕਿ ਇਹ ਆਪਸ਼ਨ ਪੇਪਰਾਂ 'ਚ ਕਿਉਂ ਪਾਇਆ ਜਾਂਦਾ ਹੈ। ਅੱਗੇ ਆ ਜਾਓ। F ਕਿਸ ਡਿਪਾਰਟਮੈਂਟ 'ਚ ਕੰਮ ਕਰਦਾ ਹੈ? F ਪਰਸੋਨਲ 'ਚ। F ਕਿਹੜੇ ਮਹਿਕਮੇ 'ਚ ਕੰਮ ਕਰਦਾ ਹੈ? ਐਡਮਿਨਿਸਟ੍ਰੇਸ਼ਨ, ਅਕਾਊਂਟ, ਪਰਸੋਨਲ ਕਿ ਅਕਾਊਂਟ ਔਰ ਪਰਸੋਨਲ। ਕੋਈ ਡਾਊਟ ਇਹਦੇ 'ਚ? ਨੈਕਸਟ ਆ ਲਓ ਜੀ। ਮੈਂ ਉਮੀਦ ਕਰਦਾ ਕਿ ਸਾਰਿਆਂ ਨੂੰ ਚੰਗੀ ਤਰ੍ਹਾਂ ਇਹ ਕਨਸੈਪਟ ਜਿਹੜਾ ਹੈ ਉਹ ਸਮਝ ਆਉਣਾ ਚਾਹੀਦਾ ਹੈ, ਠੀਕ ਆ। ਸੋ ਇੱਥੋਂ ਤੱਕ ਆਪਾਂ ਨੂੰ ਪਤਾ ਲੱਗ ਗਿਆ ਕਿ ਕਹਾਣੀ ਕੀ ਹੈ, ਠੀਕ ਹੈ। ਤਾਂ ਇਹ ਆਪਣੇ ਵਾਸਤੇ ਹਾਂਜੀ ਮੀਨਸ ਆਪਾਂ ਨੂੰ ਇਹ ਕਨਸੈਪਟ ਜਿਹੜਾ ਹੈ ਇੱਕ ਵਾਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਕਿ ਆਪਾਂ ਇਹ ਸਵਾਲਾਂ ਨੂੰ ਕਿਵੇਂ ਹੱਥ ਪਾਉਣਾ ਹੈ ਜਾਂ ਕਿਸ ਤਰੀਕੇ ਨਾਲ। ਨੈਕਸਟ ਅਗਲਾ ਸਵਾਲ ਆਪਾਂ ਸ਼ੁਰੂ ਕਰ ਰਹੇ ਹਾਂ, ਆਹ ਵਾਲਾ। ਆਓ ਵੀ, ਠੀਕ ਆ। ਇਹ ਸਵਾਲ ਆਪਾਂ ਸਿਰਫ ਪੜ੍ਹਦੇ ਆ, ਇਹਦੇ ਆਪਾਂ ਕੱਲ ਕਰਾਂਗੇ, ਠੀਕ ਆ। ਤੇ ਲਓ ਜੀ ਸਵਾਲ ਪੜ੍ਹਦੇ ਆ ਆਪਾਂ ਕਿ ਸਵਾਲ ਕਨਸੈਪਟ ਕਲੀਅਰ ਹੋ ਗਏ ਨਾ। ਜਿੰਨੇ ਆਪਾਂ ਸਵਾਲ ਕਰ ਰਹੇ ਆ ਜਾਂ ਜਿੰਨੇ ਵੀ ਸਵਾਲ ਆ, ਦੇਖੋ ਮੈਂ ਇਹ ਮੰਨ ਕੇ ਚੱਲ ਰਿਹਾ ਇਹ ਸ਼ੀਟ ਤੁਹਾਡੀ ਜਿਹੜੀ ਆ ਇਹ ਅੱਜ ਅਪਡੇਟ ਹੋ ਜਾਊਗੀ, ਠੀਕ ਆ। ਇਹਦੇ 'ਚ ਇੱਕ ਅੱਧੀ ਕਰੈਕਸ਼ਨ ਕਰਨ ਵਾਲੀ ਰਹਿ ਗਈ, ਉਹ ਸਪੀਡ ਵਗੈਰਾ, ਠੀਕ ਆ। ਉਹਨੂੰ ਮੈਂ ਅੱਜ ਕਰੈਕਸ਼ਨ ਕਰਕੇ ਅੱਜ ਨਾਲ ਦੀ ਨਾਲ ਹੀ ਐਪ ਦੇ ਵਿੱਚ ਇਹ ਅਪਲੋਡ ਹੋ ਜਾਊਗੀ। ਬਾਈਲਿੰਗੁਅਲ ਵਾਲੇ ਨੂੰ ਬਾਈਲਿੰਗੁਅਲ, ਤੇ ਜਿਹੜੇ ਬਾਈਲਿੰਗੁਅਲ ਦੀ ਵੇਟ ਨਹੀਂ ਕਰਦੇ ਉਹ ਚੁੱਪ ਕਰਕੇ ਆਪਣੀ RS ਅਗਰਵਾਲ ਦੀ ਕਿਤਾਬ ਖੋਲਣ। RS ਅਗਰਵਾਲ ਦੀ ਜਿਹੜੀ ਐਕਸਰਸਾਈਜ਼ 1 ਆ ਇਹ ਕੱਲ ਦੇ ਲੈਕਚਰ 'ਚ ਖਤਮ ਹੋ ਜਾਊਗੀ। ਤੇ ਜਦੋਂ ਇਹ ਐਕਸਰਸਾਈਜ਼ ਖਤਮ ਹੋ ਗਈ ਨਾ, ਤੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਪਜ਼ਲਸ ਨਾਲ ਰਿਲੇਟਡ ਅਸੀਂ ਕਨਸੈਪਟ ਸਾਡਾ ਪਤਾ ਕੀ ਆ ਕਿ ਇੱਕ ਐਕਸਰਸਾਈਜ਼ ਪਜ਼ਲ ਦੀ, ਉਸ ਤੋਂ ਬਾਅਦ ਰੀਜ਼ਨਿੰਗ ਦਾ ਇੱਕ ਚੈਪਟਰ।
ਫਿਰ ਇੱਕ ਐਕਸਰਸਾਈਜ਼ ਪਜ਼ਲ ਦੀ ਤੇ ਫਿਰ ਇੱਕ ਰੀਜ਼ਨਿੰਗ ਦਾ ਚੈਪਟਰ, ਇੱਕ ਐਕਸਰਸਾਈਜ਼ ਪਜ਼ਲ ਦੀ, ਇੱਕ ਰੀਜ਼ਨਿੰਗ ਦਾ ਚੈਪਟਰ, ਇਸ ਤਰੀਕੇ ਨਾਲ ਚੱਲਾਂਗੇ ਕਿਉਂਕਿ ਪਜ਼ਲਸ ਹੀ ਇੱਕ ਡੋਮੀਨੇਟਿੰਗ ਪਾਰਟ ਆ ਜਿਹੜਾ ਰੀਜ਼ਨਿੰਗ 'ਚ ਸਭ ਤੋਂ ਵੱਧ ਖਤਰਨਾਕ ਰੋਲ ਅਦਾ ਕਰ ਸਕਦਾ ਹੈ। ਇਸ ਸਵਾਲ ਨੂੰ ਤੁਸੀਂ ਕਰਕੇ ਆਇਓ, ਬੇਸ਼ੱਕ ਉਵੇਂ ਦਾ ਜਿਵੇਂ ਦਾ ਮੈਂ ਟੇਬਲ ਬਣਾਇਆ ਹੈ ਉਵੇਂ ਦਾ ਹੀ ਟੇਬਲ ਬਣਾਇਓ। 7 ਜਾਣੇ ਆ, 3 ਵੱਖੋ ਵੱਖ ਵਹੀਕਲਸ ਆ, 1 2 3 ਤੇ ਪੈਸੰਜਰਸ ਨੇ। ਕੰਡੀਸ਼ਨਸ ਜਿਹੜੀਆਂ ਨੇ ਨਾ, ਬਸ ਆ ਕੰਡੀਸ਼ਨਸ ਤੋਂ ਹੀ ਪਤਾ ਲੱਗ ਜਾਊਗਾ ਕਿ A ਤੇ F ਭੈਣਾਂ ਨੇ, ਇਹ ਫੀਮੇਲ ਨੇ, B ਇੱਕ ਮੇਲ ਆ। ਇਹ ਛੋਟੀਆਂ ਗੱਲਾਂ ਨੂੰ ਨੋਟਿਸ ਕਰਿਓ, ਠੀਕ ਆ। ਤੇ ਮੈਂ ਉਮੀਦ ਕਰਦਾ ਕਿ ਤੁਹਾਡੇ ਕੋਲ ਇਹ ਸਾਰਾ ਸਵਾਲ ਜਿਹੜਾ ਹੈ ਪੂਰਾ ਸੋਲਵ ਹੋ ਜਾਊਗਾ। ਮੈਂ ਵਾਰ-ਵਾਰ ਕਹਿਦਾ ਕਿ ਅਸੀਂ RS ਅਗਰਵਾਲ ਦੀਆਂ ਪਜ਼ਲਸ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਹੋਈਆਂ। ਕਨਸੈਪਟ ਸਾਡਾ ਸਿਰਫ ਇੰਨਾ ਕਾ ਕਿ ਅਸੀਂ ਇਹਨਾਂ ਨੂੰ ਬਾਈਲਿੰਗੁਅਲ ਕਰਕੇ ਤੇ ਪਜ਼ਲਸ ਕਰਾਉਣ ਦਾ ਪਰਪਸ ਇਹੀ ਆ ਤਾਂ ਜੋ ਦੇਖੋ ਇਹ ਗੱਲ ਬੜੀ ਕਲੀਅਰ ਆ ਕਿ PPSC ਤੇ PSSB ਆਉਣ ਵਾਲੇ ਦਿਨਾਂ 'ਚ ਪੇਪਰਾਂ ਨੂੰ ਕਿਸ ਦਿਸ਼ਾ 'ਚ ਲੈ ਕੇ ਜਾਣਗੇ, ਪੇਪਰਾਂ ਦਾ ਲੈਵਲ ਕਿਸ ਡਾਇਰੈਕਸ਼ਨ 'ਚ ਲੈ ਕੇ ਜਾਣਗੇ, ਇਹਦੇ ਬਾਰੇ ਕੋਈ ਆਈਡੀਆ ਨਹੀਂ ਲਾਇਆ ਜਾ ਸਕਦਾ। ਸਿਲੈਕਟਿਵ ਹੋ ਕੇ ਇਹੀ ਕਰ ਲਓ ਜਾਂ ਇਹੀ ਕਰਾ ਦਾਂਗੇ, ਇਹੀ ਆ ਜਾਊਗਾ, ਇਸ ਚੀਜ਼ ਤੋਂ ਉੱਪਰ ਉੱਠੋ। ਬਿਕੋਜ਼ ਦੇਖੋ ਪੇਪਰ ਤਿਆਰੀ ਕਰਨ ਵਾਲੇ ਬਹੁਤ ਜਾਣੇ ਹੋ ਸਕਦੇ ਆ, ਪਰ ਪੇਪਰ ਕੱਢਣ ਵਾਲੇ ਤਾਂ ਸਿਰਫ ਉਹੀ 500-700 ਜਾਣੀ ਆ। ਇਟ ਮੀਨਸ ਜੇ 500-700 ਆਉਣਾ ਹੈ ਤਾਂ ਭੀੜ ਬਣਨ ਦਾ ਕੋਈ ਫਾਇਦਾ ਨਹੀਂ, ਠੀਕ ਆ। ਸੋ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ। ਜੇ ਤੁਹਾਨੂੰ ਸਾਡਾ ਇਹ ਲੈਕਚਰ ਲੱਗਿਆ ਕਿ ਹਾਂ ਕੋਈ ਵੀ ਵਰਥ ਹੈਗਾ ਹੈ ਕਿ ਹਾਂ ਤੁਸੀਂ ਸਾਡੇ ਨਾਲ ਬਾਈਲਿੰਗੁਅਲ ਕੋਰਸ ਜੁੜ ਸਕਦੇ ਹੋ। ਬਿਕੋਜ਼ ਬਾਈਲਿੰਗੁਅਲ ਦੇ ਨਾਂ ਤੇ ਬਹੁਤ ਕਲੇਮ ਕਰਦੇ ਆ ਕਿ ਅਸੀਂ ਇਸ ਚੀਜ਼ ਨੂੰ ਪੰਜਾਬੀ 'ਚ ਪੜ੍ਹਾਉਂਦੇ ਆ, ਬਟ ਉਹ ਕੀ ਕਰਾਉਂਦੇ ਆ ਤੁਹਾਨੂੰ ਵੀ ਸਭ ਪਤਾ ਹੈ। 8054 00797 ਤੁਸੀਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਇਸ ਤੋਂ ਬਿਨਾ ਸਾਡੀ ਐਪ ਆ ਮਾਸਟਰ ਕਲਾਸਿਸ ਪਟਿਆਲਾ। ਮਾਸਟਰ ਕਲਾਸਿਸ ਪਟਿਆਲਾ ਦੀ ਐਪ ਐਂਡਰੋਇਡ ਤੋਂ ਤਾਂ ਡਾਇਰੈਕਟ ਡਾਊਨਲੋਡ ਹੋਊਗੀ, ਬਟ ਜੇ ਆਈਫੋਨ ਆ ਤੁਹਾਡੇ ਕੋਲ ਤਾਂ ਐਪ ਹੈ ਮਾਈ ਇੰਸਟੀਟਿਊਟ ਐਪ ਤੇ ਉਹਦਾ ਕੋਡ ਆ MVWOG। ਇਹ ਕੋਡ ਭਰਿਓ ਤਾਂ ਤੁਸੀਂ ਉੱਥੇ, ਜੇ ਤੁਸੀਂ PPSC ਤੇ PSSB ਦੀ ਫੁੱਲ ਤਿਆਰੀ ਕਰ ਰਹੇ ਹੋ ਤਾਂ ਇੱਕ ਫੁੱਲ ਬੈਚ ਆ, ਤੁਸੀਂ ਉਹਨੂੰ ਦੇਖ ਕੇ ਉਹਦੀਆਂ ਅੰਦਰ ਡੈਮੋਜ਼, ਇਹਦਾ ਮਤਲਬ ਇਹ ਵੀ ਆ ਕਿ ਤੁਸੀਂ ਉੱਥੋਂ ਇਹ ਵੀ ਚੀਜ਼ ਜ਼ਰੂਰ ਦੇਖ ਸਕਦੇ ਹੋ ਕਿ ਹਾਂ ਉਹਦੇ ਅੰਦਰ ਜਿਹੜਾ ਸਾਡਾ ਕੰਟੈਂਟ ਪਿਆ ਹੈ, ਠੀਕ ਆ, ਉਹ ਪੰਜਾਬੀ 'ਚ ਵਾਕਈ ਹੈ ਕਿ ਨਹੀਂ। ਜੇ ਤੁਸੀਂ ਇਕੱਲੇ PSSB ਦੀ ਤਿਆਰੀ ਕਰ ਰਹੇ ਹੋ ਤਾਂ ਫਿਰ ਤੁਸੀਂ ਉਹਦੇ 'ਚ ਇੱਕ LPE ਬੈਚ ਆ, ਦੋਵੇਂ ਤੁਹਾਨੂੰ ਹੋਮ ਪੇਜ ਤੇ ਮਿਲ ਜਾਣਗੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ। ਸੋ ਉਮੀਦ ਕਰਦਾ ਕਿ ਲੈਕਚਰ ਸਮਝ ਆਇਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।